This is a Red FM Vancouver podcast. Make sure you hit subscribe for more great content. For further info, log on to redfm.ca. CKYE 89.1 and 93.1 Red FM ਰੋਸ਼ਨੀ ਪ੍ਰੋਗਰਾਮ ਵਿੱਚ ਸ਼ਾਮਲ ਹੋ ਜੀ ਤੁਸੀਂ ਜੈਸਮਿਨ ਦੇ ਨਾਲ। ਬੁੱਧਵਾਰ ਦਾ ਦਿਨ ਤੇ ਜੂਨ ਦੀ 10 ਤਾਰੀਖ ਤੇ ਮੈਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਇਹ ਪ੍ਰੋਗਰਾਮ ਲੈ ਕੇ। ਅੱਜ ਪ੍ਰੋਗਰਾਮ ਵਿੱਚ ਇੱਕ ਖਾਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ। ਆਪਣੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਜਾਂ ਤੁਹਾਡੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਜਾਂ ਕਿਸੇ ਦੀ ਵੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਤਾਂ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਨਰਵਸ, ਚਿੰਤਾਤਰ ਤੇ ਡਰਿਆ ਹੋਇਆ ਮਹਿਸੂਸ ਕਰਦਾ ਹੈ। ਐਸੀਆਂ ਫੀਲਿੰਗਸ ਕਦੇ ਵੀ ਕਿਸੇ ਨੂੰ ਪਸੰਦ ਨਹੀਂ ਹੁੰਦੀਆਂ। ਜੇ ਅਸੀਂ ਸੋਚੀਏ ਕਿ ਅਸੀਂ ਡਰੇ ਹੋਏ ਹਾਂ, ਬੜੀ ਚਿੰਤਾ ਦੇ ਵਿੱਚ ਹਾਂ, ਹਮੇਸ਼ਾ ਇੱਕ ਪੈਨਿਕ ਮੂਡ ਦੇ ਵਿੱਚ ਰਹਿੰਦੇ ਹਾਂ, ਤਾਂ ਉਹ ਫੀਲਿੰਗ ਸਾਨੂੰ ਪਸੰਦ ਨਹੀਂ ਹੁੰਦੀਆਂ ਕਿਸੇ ਨੂੰ ਵੀ। ਕਈ ਵਾਰੀ ਇਹ ਫੀਲਿੰਗਸ ਇੰਨੀਆਂ ਇੰਟੈਂਸ ਹੋ ਜਾਂਦੀਆਂ ਨੇ ਕਿ ਇਹਨਾਂ ਦਾ ਸਾਹਮਣਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ। ਸਮਝ ਹੀ ਨਹੀਂ ਆਉਂਦਾ ਕਿ ਇਸ ਸਿਚੁਏਸ਼ਨ ਦੇ ਨਾਲ ਡੀਲ ਕਿਵੇਂ ਕੀਤਾ ਜਾਏ, ਕੰਟਰੋਲ ਕਿਵੇਂ ਕੀਤਾ ਜਾਏ, ਆਪਣੇ ਆਪ ਦੇ ਉੱਤੇ ਕਿਵੇਂ ਕਾਬੂ ਪਾਇਆ ਜਾਏ। ਕਈ ਵਾਰੀ ਐਨਜ਼ਾਈਟੀ ਇੰਨੀ ਜ਼ਿਆਦਾ ਸਾਨੂੰ ਹੋਣ ਲੱਗ ਜਾਂਦੀ ਹੈ। ਕੀ ਹੈ ਐਨਜ਼ਾਈਟੀ? ਜੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਐਨਜ਼ਾਈਟੀ ਨਾਲ ਡੀਲ ਕਰਦੇ ਹਾਂ, ਅਸੀਂ ਡਰੇ ਹੋਏ ਹਾਂ, ਚਿੰਤਤ ਹਾਂ, ਕਿ ਉਹ ਵੀ ਇੱਕ ਡਿਸਆਰਡਰ ਹੈ ਜਾਂ ਨਹੀਂ? ਨਾਰਮਲ ਲਾਈਫ ਦੇ ਵਿੱਚ ਇੱਦਾਂ ਦੀਆਂ ਸਿਚੁਏਸ਼ਨਸ ਆਉਂਦੀਆਂ ਰਹਿੰਦੀਆਂ ਨੇ। ਕੀ ਐਨਜ਼ਾਈਟੀ ਨਾਰਮਲ ਲਾਈਫ ਦਾ ਹਿੱਸਾ ਵੀ ਹੋ ਸਕਦੀ ਹੈ? ਨਾਰਮਲ ਜ਼ਿੰਦਗੀ ਜਿੰਦਿਆਂ ਵੀ ਸਾਨੂੰ ਐਨਜ਼ਾਈਟੀ ਹੋ ਸਕਦੀ ਹੈ ਜਾਂ ਫਿਰ ਹਮੇਸ਼ਾ ਇਹਨੂੰ ਇੱਕ ਡਿਸਆਰਡਰ ਹੀ ਮੰਨਿਆ ਜਾਵੇ? ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਡਾਕਟਰ ਬਾਬਰਾ ਰਾਣਾ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨਾਲ ਗੱਲ ਕਰਾਂਗੇ ਐਨਜ਼ਾਈਟੀ ਦੇ ਉੱਤੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਨਾਰਮਲ ਜ਼ਿੰਦਗੀ ਜਿੰਦਿਆਂ ਜਿਹੜੀ ਐਨਜ਼ਾਈਟੀ ਸਾਨੂੰ ਹੁੰਦੀ ਹੈ, ਜਿਹੜੀਆਂ ਫੀਲਿੰਗ ਸਾਨੂੰ ਆਉਂਦੀਆਂ ਨੇ, ਉਹ ਵੀ ਇੱਕ ਡਿਸਆਰਡਰ ਹੈ ਕਿ ਜਾਂ ਫਿਰ ਐਨਜ਼ਾਈਟੀ ਡਿਸਆਰਡਰ ਦੀ ਜਦੋਂ ਗੱਲ ਕਰਦੇ ਹਾਂ ਉਹ ਇੱਕ ਟੋਟਲੀ ਡਿਫਰੈਂਟ ਚੀਜ਼ ਹੈ। ਡਾਕਟਰ ਬਾਬਰਾ ਰਾਣਾ ਮੇਰੇ ਨਾਲ ਨੇ। ਡਾਕਟਰ ਬਾਬਰਾ ਰਾਣਾ, ਸਵਾਗਤ ਹੈ ਤੁਹਾਡਾ ਬਹੁਤ-ਬਹੁਤ। ਹਾਂਜੀ, ਥੈਂਕਸ ਫॉर ਇਨਵਾਈਟਿੰਗ ਮੀ। ਜੀ ਡਾਕਟਰ ਬਾਬਰਾ ਰਾਣਾ, ਅਸੀਂ ਗੱਲ ਕਰ ਰਹੇ ਹਾਂ ਐਨਜ਼ਾਈਟੀ ਦੀ। ਸੋ ਮੈਂ ਇਹ ਦੇਖਦੀ ਹਾਂ ਕਿ ਜਦੋਂ ਮੈਂ ਆਪਣੀ ਗੱਲ ਵੀ ਕਰਾਂ ਜਾਂ ਅਸੀਂ ਕਿਸੇ ਦੀ ਵੀ ਗੱਲ ਕਰਦੇ ਹਾਂ ਤਾਂ ਕਈ ਵਾਰੀ ਇੱਦਾਂ ਲੱਗਦਾ ਹੈ ਕਿ ਐਨਜ਼ਾਈਟੀ ਨਾਰਮਲ ਜ਼ਿੰਦਗੀ ਦਾ ਵੀ ਹਿੱਸਾ ਹੈ। ਅਸੀਂ ਡਰਦੇ ਵੀ ਹਾਂ, ਅਸੀਂ ਚਿੰਤਤ ਵੀ ਹੁੰਦੇ ਹਾਂ। ਕੀ ਅਸਲ ਦੇ ਵਿੱਚ ਜੇ ਤੁਸੀਂ ਪਰਿਭਾਸ਼ਿਤ ਕਰਨਾ ਹੋਵੇ, ਹੈ ਕੀ ਐਨਜ਼ਾਈਟੀ? ਵਾਟ ਇਜ਼ ਐਨਜ਼ਾਈਟੀ? ਦੇਖੋ, ਗੱਲ ਇਹ ਹੈ ਕਿ ਐਨਜ਼ਾਈਟੀ ਜਿਹੜੀ ਹੈਗੀ ਹੈ ਇਹ ਵੈਸੇ ਤੇ ਇੱਕ ਨਾਰਮਲ ਰਿਸਪੌਂਸ ਹੈ। ਅਗਰ ਤੁਸੀਂ ਡੇਲੀ ਆਪਣੀ ਰੂਟੀਨ ਵਿੱਚ ਦੇਖੋ ਕਿ ਅਗਰ ਤੁਹਾਨੂੰ ਕੋਈ ਸਟ੍ਰੈਸ ਹੋ ਗਿਆ ਹੈ ਤੇ ਉਹਦੇ ਨਾਲ ਤੁਹਾਨੂੰ ਐਂਗਜ਼ਾਇਟੀ ਹੋ ਜਾਂਦੀ ਹੈ। ਤੁਸੀਂ ਇਮਤਿਹਾਨ ਦੇਣਾ ਹੈ ਤੇ ਉਹਦੇ ਨਾਲ ਤੁਹਾਨੂੰ ਐਂਗਜ਼ਾਇਟੀ ਹੁੰਦੀ ਹੈ ਕਿ ਤੁਸੀਂ ਪਰਫਾਰਮ ਕਰਨਾ ਹੈ। ਅਗਰ ਕੋਈ ਇਸ ਤਰ੍ਹਾਂ ਦਾ ਵਾਕਿਆ ਹੋ ਜਾਏ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਤੁਸੀਂ ਸਨੇਕ ਦੇਖ ਲਿਆ ਜਾਂ ਕੋਈ ਇਹੋ ਜਿਹੀ ਚੀਜ਼ ਦੇਖ ਲਈ ਜਿਸ ਤੋਂ ਤੁਹਾਨੂੰ ਡਰ ਲੱਗਦਾ ਹੈ ਤਾਂ ਉਹਦੇ ਨਾਲ ਤੁਹਾਨੂੰ ਐਂਗਜ਼ਾਇਟੀ ਹੋ ਜਾਂਦੀ ਹੈ। ਤੇ ਐਂਗਜ਼ਾਇਟੀ ਜਨਰਲੀ ਜੋ ਹੈ ਉਹ ਤੇ ਇੱਕ ਨਾਰਮਲ ਰਿਸਪੌਂਸ ਹੈ। ਜ਼ਿੰਦਗੀ ਵਿੱਚ ਹਰ ਕਿਸੇ ਨੂੰ ਐਂਗਜ਼ਾਇਟੀ ਹੋ ਜਾਂਦੀ ਹੈ ਵੇਰੀਅਸ ਸਿਚੁਏਸ਼ਨਸ ਵਿੱਚ। ਅਗਰ ਕੋਈ ਸਟ੍ਰੈਸਫੁਲ ਹੋਣ ਜਾਂ ਜੇ ਕੇਅਰਫੁਲ ਸਿਚੁਏਸ਼ਨ ਹੋਈ ਹੈ, ਨਾਰਮਲ ਰਿਸਪੌਂਸ ਹੈ। ਫਾਈਟ ਫਲਾਈਟ ਰਿਸਪੌਂਸ ਹੈ ਜੋ ਕਿ ਇਨਸਾਨ ਦੇ ਵਿੱਚ ਬਣਾਇਆ ਗਿਆ ਹੈ ਕਿ ਅਗਰ ਕੋਈ ਖਤਰਾ ਹੋਏ ਜਾਂ ਕੁਛ ਹੋਏ ਤੇ ਐਂਗਜ਼ਾਇਟੀ ਦੀ ਵਜ੍ਹਾ ਨਾਲ ਬੰਦਾ ਫਿਰ ਜਦ ਉਹਨੂੰ ਐਂਗਜ਼ਾਇਟੀ ਹੁੰਦੀ ਹੈ ਤਾਂ ਉਸ ਫੀਅਰ ਨੂੰ ਜਾਂ ਜਿਹੜਾ ਉਹਨੂੰ ਖਤਰਾ ਹੋ ਰਿਹਾ ਹੈ ਉਹਨੂੰ ਰਿਸਪੌਂਡ ਕਰਦਾ ਹੈ। ਠੀਕ ਹੈ, ਤੇ ਨਾਰਮਲ ਹੈ। ਲੇਕਿਨ ਐਂਗਜ਼ਾਇਟੀ ਡਿਸਆਰਡਰ ਜਿਹੜੇ ਨੇ ਉਹ ਥੋੜੇ ਡਿਫਰੈਂਟ ਹੁੰਦੇ ਨੇ ਫਰੋਮ ਨਾਰਮਲ ਐਂਗਜ਼ਾਇਟੀ। ਜਿਹੜੇ ਜਦੋਂ ਤੁਸੀਂ ਐਂਗਜ਼ਾਇਟੀ ਡਿਸਆਰਡਰ ਦੀ ਤੁਸੀਂ ਗੱਲ ਕਰਦੇ ਹੋ ਤੇ ਉਹ ਨਾਰਮਲ ਐਂਗਜ਼ਾਇਟੀ ਨਹੀਂ ਹੁੰਦੀ। ਉਹ ਬੜੀ ਇੰਟੈਂਸ ਹੁੰਦੀ ਹੈ, ਐਕਸੈਸਿਵ ਹੁੰਦੀ ਹੈ, ਪਰਸਿਸਟੈਂਟ ਹੁੰਦੀ ਹੈ ਕਿ ਹਰ ਵਕਤ ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈ। ਔਰ ਜਿਹੜੀ ਵੀ ਸਿਚੁਏਸ਼ਨ ਦੀ ਵਜ੍ਹਾ ਨਾਲ ਐਂਗਜ਼ਾਇਟੀ ਹੋ ਰਹੀ ਹੈ ਉਸ ਤੋਂ ਉਹ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਹੋਣੀ ਚਾਹੀਦੀ ਹੈ। ਔਰ ਅਨਦਰ ਥਿੰਗ ਉਹਦੇ ਵਿੱਚ ਇਹ ਹੁੰਦੀ ਹੈ ਕਿ ਉਹ ਤੁਹਾਡੀ ਲਾਈਫ ਨੂੰ ਇਫੈਕਟ ਕਰਨਾ ਸ਼ੁਰੂ ਹੋ ਜਾਂਦੀ ਹੈ। ਹੁਣ ਦੇਖੋ ਨਾ, ਅਗਰ ਮੈਨੂੰ ਕੋਈ ਸਟ੍ਰੈਸ ਹੋ ਰਿਹਾ, ਉਹਦੇ ਨਾਲ ਮੈਨੂੰ ਥੋੜੀ ਬਹੁਤ ਐਂਗਜ਼ਾਇਟੀ ਹੋ ਰਹੀ ਹੈ ਤਾਂ ਮੈਂ ਕੀ ਕਰਾਂਗੀ? ਮੈਂ ਕਹਾਂਗੀ ਅੱਛਾ ਜੀ ਮੈਨੂੰ ਸਟ੍ਰੈਸ ਹੋ ਰਿਹਾ, ਚਲੋ ਮੈਂ ਦੇਖਾਂ ਇਹਦਾ ਕੀ ਸੋਲੂਸ਼ਨ ਹੈ ਤੇ ਆਈ ਵਿਲ ਫਾਈਂਡ ਦ ਸੋਲੂਸ਼ਨ ਐਂਡ ਦ ਐਂਗਜ਼ਾਇਟੀ ਵਿਲ ਗੋ ਅਵੇ। ਲੇਕਿਨ ਜਿਨ੍ਹਾਂ ਲੋਕਾਂ ਨੂੰ ਐਂਗਜ਼ਾਇਟੀ ਡਿਸਆਰਡਰ ਹੁੰਦੇ ਨੇ ਉਹਨਾਂ ਦੀ ਡੇ ਟੂ ਡੇ ਲਾਈਫ ਜੋ ਹੈ ਨਾ ਐਂਗਜ਼ਾਇਟੀ ਨਾਲ ਇਫੈਕਟ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਉਹ ਫੰਕਸ਼ਨ ਨਹੀਂ ਕਰ ਸਕਦੇ ਐਂਗਜ਼ਾਇਟੀ ਦੀ ਵਜ੍ਹਾ ਨਾਲ। ਦੈਟਸ ਵਾਈ ਦੇ ਆਰ ਕਾਲਡ ਐਂਗਜ਼ਾਇਟੀ ਡਿਸਆਰਡਰ। ਜੀ ਡਾਕਟਰ ਰਾਣਾ, ਤੁਸੀਂ ਗੱਲ ਕੀਤੀ ਕਿ ਡੇ ਟੂ ਡੇ ਲਾਈਫ ਦੇ ਵਿੱਚ ਹੁੰਦੀ ਹੈ ਐਨਜ਼ਾਇਟੀ। ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਸਾਡੀ ਲਾਈਫ ਦੇ ਵਿੱਚ। ਵਰਕ ਦਾ ਸਟ੍ਰੈਸ ਹੈ, ਫੈਮਿਲੀ ਦਾ ਸਟ੍ਰੈਸ ਹੈ, ਕਈ ਵਾਰੀ ਫਾਈਨੈਂਸਿਸ ਦਾ ਸਟ੍ਰੈਸ ਹੈ, ਅਸੀਂ ਐਨਜ਼ਾਇਟੀ ਸਾਨੂੰ ਹੋ ਜਾਂਦੀ ਹੈ। ਪਰ ਜਦੋਂ ਆਪਾਂ ਐਨਜ਼ਾਇਟੀ ਡਿਸਆਰਡਰ ਦੀ ਗੱਲ ਕਰਦੇ ਹਾਂ, ਹੁਣ ਜਦੋਂ ਐਨਜ਼ਾਇਟੀ ਹੁੰਦੀ ਹੈ ਕਿਸੇ ਇਨਸਾਨ ਨੂੰ, ਇੱਕ ਨਾਰਮਲ ਇਨਸਾਨ ਦੀ ਗੱਲ ਕਰਦੇ ਹਾਂ, ਬੜੀ ਵਾਰੀ ਦੇਖਿਆ ਵੀ ਉਹਦਾ ਨਾ ਜਿਹੜਾ ਦਿਲ ਹੈ ਉਹ ਤੇਜ਼ ਧੜਕਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਉਹ ਕਿਸੇ ਨਾਲ ਉਸ ਐਨਜ਼ਾਇਟੀ ਵਾਲੇ ਮੂਡ ਦੇ ਵਿੱਚ ਗੱਲ ਕਰਦਾ ਤਾਂ ਸਾਹ ਨਹੀਂ ਆਉਂਦਾ, ਸਾਹ ਰਲਦਾ ਨਹੀਂ ਆਪਸ ਦੇ ਵਿੱਚ, ਪਸੀਨੇ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਨਾਰਮਲ ਕੰਡੀਸ਼ਨਸ ਨੇ ਜਾਂ ਇਹਨੂੰ ਕਿਸੇ ਚੀਜ਼ ਦਾ ਸਿੰਪਟਮ ਸਮਝਣਾ ਚਾਹੀਦਾ ਹੈ ਕਿ ਇਹ ਡਿਸਆਰਡਰ ਹੋ ਰਿਹਾ? ਨਹੀਂ, ਦੇਖੋ ਉਹ ਵੀ ਜਿਸ ਤਰ੍ਹਾਂ ਮੈਂ ਪਹਿਲੇ ਗੱਲ ਕੀਤੀ ਹੈ ਕਿ ਡਿਪੈਂਡ ਕਰੇਗਾ।
ਅਗਰ ਇੱਕ ਛੋਟੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹਦੇ ਵਿੱਚ ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈ ਜੀ ਤੇ ਉਹਦੇ ਨਾਲ ਕੁਝ ਸਿੰਪਟਮਸ ਹੋ ਰਹੇ ਨੇ, ਜਿਸ ਤਰ੍ਹਾਂ ਸ਼ਾਰਟਨੈਸ ਆਫ ਬ੍ਰੈਥ ਹੋ ਗਈ ਜਾਂ ਤੁਹਾਡਾ ਪੈਲਪੀਟੇਸ਼ਨ ਹੋ ਰਹੀ ਹੈ ਜਾਂ ਚੈਸਟ ਡਿਸਕੰਫਰਟ ਹੋ ਰਿਹਾ ਹੈ, ਤੇ ਇਹ ਅਗੇਨ ਇਹ ਨਾਰਮਲ ਰਿਸਪੌਂਸ ਹੈ। ਮਤਲਬ ਇਹ ਐਬਨੋਰਮਲ ਰਿਸਪੌਂਸ ਜਦੋਂ ਹੋਏਗਾ ਜਦੋਂ ਇਹ ਬਾਰ-ਬਾਰ ਹੋ ਰਿਹਾ ਹੈ, ਪਰਸਿਸਟੈਂਟ ਹੈ, ਲੌਂਗ ਪੀਰੀਅਡਸ ਆਫ ਟਾਈਮ ਵਾਸਤੇ ਹੋ ਰਿਹਾ ਤੁਹਾਨੂੰ, ਤੇ ਇਹਦੇ ਨਾਲ ਤੁਹਾਡੀ ਫੰਕਸ਼ਨਿੰਗ ਇਫੈਕਟ ਹੋਣਾ ਸ਼ੁਰੂ ਹੋ ਜਾਂਦੀ ਹੈ। ਫਿਰ ਇਹ ਐਬਨੋਰਮਲ ਰਿਸਪੌਂਸ ਹੋ ਜਾਏਗਾ ਐਂਡ ਦੈਨ ਯੂ ਨੀਡ ਟੂ ਸਟਾਰਟ ਲੁੱਕ ਐਟ ਕਿ ਵੀ ਮੈਂ ਹੁਣ ਕੀ ਕਰਨਾ ਹੈ ਇਹਦਾ। ਜੀ ਹਾਂਜੀ। ਸੋ ਫਿਰ ਉਸ ਸਿਚੁਏਸ਼ਨ ਨਾਲ ਕਿਵੇਂ ਡੀਲ ਕੀਤਾ ਜਾਏ? ਇਹ ਤੁਸੀਂ ਦੇਖੋ ਨਾ ਕਿ ਅਗਰ ਫॉर ਐਗਜ਼ਾਮਪਲ ਮੈਨੂੰ ਸਡਨਲੀ ਪਤਾ ਚੱਲਿਆ ਜੀ ਕਿ ਮੈਂ ਬੈਂਕਰਪਟ ਹੋ ਗਈ, ਠੀਕ ਹੈ ਨਾ, ਇਹ ਤੇ ਐਂਗਜ਼ਾਇਟੀ ਹੋਣਾ ਇੱਕ ਨਾਰਮਲ ਰਿਸਪੌਂਸ ਹੈ। ਉਹਦੇ ਵਿੱਚ ਤੁਹਾਨੂੰ ਚੈਸਟ ਡਿਸਕੰਫਰਟ ਵੀ ਹੋ ਸਕਦਾ ਹੈ, ਉਹਦੇ ਵਿੱਚ ਤੁਹਾਨੂੰ ਸਵੈਟਿੰਗ ਵੀ ਹੋ ਸਕਦੀ ਹੈ, ਤੁਹਾਨੂੰ ਹੋਰ ਵੀ ਸਿੰਪਟਮਸ ਜੋ ਹੈ ਨਾ ਹੋ ਸਕਦੇ ਨੇ, ਕਿਉਂਕਿ ਫਲਾਈਟ ਰਿਸਪੌਂਸ ਹੈ, ਫਲਾਈਟ ਰਿਸਪੌਂਸ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਜੀ, ਤੇ ਉਹਦੇ ਨਾਲ ਇਹ ਨਾਰਮਲ ਰਿਸਪੌਂਸ ਹੋਏਗਾ। ਜਦੋਂ ਤੁਸੀਂ ਡਿਸਆਰਡਰਸ ਦੀ ਗੱਲ ਕਰਦੇ ਹੋ ਨਾ, ਤੇ ਡਿਸਆਰਡਰਸ ਜਿਹੜੇ ਨੇ ਉਹ ਡਿਫਰੈਂਟ ਕਿਸਮ ਦੇ ਐਂਗਜ਼ਾਇਟੀ ਡਿਸਆਰਡਰਸ ਨੇ। ਇੱਕ ਐਂਗਜ਼ਾਇਟੀ ਡਿਸਆਰਡਰ ਨਹੀਂ ਹੈਗਾ ਜੀ, ਬਹੁਤ ਸਾਰੇ ਐਂਗਜ਼ਾਇਟੀ ਡਿਸਆਰਡਰਸ ਨੇ, ਤੇ ਡਿਪੈਂਡ ਔਨ ਜਿਹੜੇ ਸਿੰਪਟਮਸ ਜਿਹੜੇ ਨੇ ਤੁਹਾਡੇ, ਕਿ ਤੁਹਾਨੂੰ ਕੀ ਰਿਐਕਸ਼ਨ ਹੋਏਗਾ, ਉਹ ਡਿਪੈਂਡ ਕਰੇਗਾ ਕਿ ਕਿਹੜਾ ਡਿਸਆਰਡਰ ਹੈ ਜਿਹਦੀ ਵਜ੍ਹਾ ਨਾਲ ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈ। ਜੀ ਡਾਕਟਰ ਰਾਣਾ, ਤੁਸੀਂ ਗੱਲ ਕੀਤੀ ਹੈ ਕਿ ਡਿਫਰੈਂਟ ਟਾਈਪਸ ਦੇ ਐਂਗਜ਼ਾਇਟੀ ਡਿਸਆਰਡਰਸ ਹੁੰਦੇ ਨੇ, ਕੀ ਟਾਈਪਸ ਨੇ ਉਹਨਾਂ ਦੀਆਂ? ਦੇਖੋ, ਇੱਕ ਤਾਂ ਸਭ ਤੋਂ ਪਹਿਲੇ ਤਾਂ ਮੈਂ ਗੱਲ ਕਰਾਂ ਕਿ ਜਿਸ ਤਰ੍ਹਾਂ ਫॉर ਐਗਜ਼ਾਮਪਲ ਪੈਨਿਕ ਡਿਸਆਰਡਰ ਹੈਗਾ, ਜਿਹਦੇ ਵਿੱਚ ਲੋਕਾਂ ਨੂੰ ਪੈਨਿਕ ਅਟੈਕਸ ਹੁੰਦੇ ਨੇ। ਹੁਣ ਦੇਖੋ, ਪੈਨਿਕ ਅਟੈਕ ਜਿਹੜੇ ਨੇ ਇਹ ਵੈਸੇ ਵੀ ਹੋ ਸਕਦੇ ਨੇ। ਅਗਰ ਮੈਨੂੰ ਕੋਈ ਸਡਨਲੀ ਬੁਰੀ ਨਿਊਜ਼ ਪਤਾ ਚੱਲ ਗਈ ਹੈ ਜਾਂ ਮੈਨੂੰ ਬਹੁਤ ਹੀ ਜ਼ਿਆਦਾ ਸਟ੍ਰੈਸ ਹੋ ਗਿਆ ਹੈ, ਤਾਂ ਉਹਦੇ ਨਾਲ ਤੁਹਾਨੂੰ ਅਗਰ ਪੈਨਿਕ ਅਟੈਕ ਹੋ ਰਿਹਾ ਹੈ ਤੇ ਇਹ ਇੱਕ ਨਾਰਮਲ ਰਿਸਪੌਂਸ ਹੈ। ਲੇਕਿਨ ਅਗਰ ਤੁਹਾਨੂੰ ਰਿਪੀਟਡਲੀ ਪੈਨਿਕ ਅਟੈਕਸ ਹੋ ਰਹੇ ਨੇ ਔਰ ਪੈਨਿਕ ਅਟੈਕਸ ਦੀ ਵਜ੍ਹਾ ਤੋਂ ਤੁਸੀਂ ਸਿਚੁਏਸ਼ਨ ਜੋ ਹੈ ਨਾ, ਜਿਹੜੀ ਸਰਟਨ ਉਹਨਾਂ ਨੂੰ ਤੁਸੀਂ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹੋ, ਉਹਦੇ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ, ਤੁਹਾਡੀ ਘਰ ਦੀ ਜਿਹੜੀ ਫੰਕਸ਼ਨਿੰਗ ਇਫੈਕਟ ਹੋ ਰਹੀ ਹੈ, ਤੇ ਦੈਨ ਇਟ ਬਿਕਮਸ ਅ ਪੈਨਿਕ ਡਿਸਆਰਡਰ। ਹੁਣ ਸਿੰਪਟਮਸ ਕੀ ਨੇ? ਅਗਰ ਤੁਸੀਂ ਪੈਨਿਕ ਅਟੈਕ ਦੇ ਤੁਸੀਂ ਸਿੰਪਟਮਸ ਦੇਖੋ ਤੇ ਉਹਦੇ ਵਿੱਚ ਯੂਜੂਅਲੀ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਹਾਰਟ ਅਟੈਕ ਹੋ ਰਿਹਾ। ਅੱਛਾ। ਤੇ ਬਹੁਤ ਦਫਾ ਲੋਕ ਜਿਹੜੇ ਨੇ ਉਹ ਐਮਰਜੈਂਸੀ ਡਿਪਾਰਟਮੈਂਟ ਵਿੱਚ ਚਲੇ ਜਾਂਦੇ ਨੇ ਜਾਂ ਆਪਣੇ ਡਾਕਟਰ ਕੋਲ ਚਲੇ ਜਾਂਦੇ ਨੇ, ਤੇ ਕਿਉਂਕਿ ਸਿੰਪਟਮਸ ਜੋ ਹੈ ਨਾ ਬਿਲਕੁਲ ਹਾਰਟ ਅਟੈਕ ਦੇ ਹੁੰਦੇ ਨੇ, ਤੇ ਉਹ ਕਹਿੰਦੇ ਜੀ ਮੈਨੂੰ ਹਾਰਟ ਅਟੈਕ ਹੋ ਰਿਹਾ। ਤੇ ਸਿੰਪਟਮਸ ਕੀ ਨੇ? ਕਿ ਤੁਹਾਨੂੰ ਚੈਸਟ ਡਿਸਕੰਫਰਟ ਹੋ ਰਿਹਾ ਹੈ, ਬਰੀਥਿੰਗ ਜੋ ਹੈ ਉਹਦਾ ਸਾਹ ਨਹੀਂ ਆ ਰਿਹਾ ਪ੍ਰੋਪਰਲੀ, ਸਵੈਟਿੰਗ ਹੁੰਦੀ ਹੈ, ਬਿਲਕੁਲ ਜਿਹੜੇ ਨੇ ਨਾ ਹਾਰਟ ਅਟੈਕ ਦੇ ਸਿੰਪਟਮਸ ਜੋ ਪੈਨਿਕ ਅਟੈਕ ਦੇ ਨੇ। ਸ਼ਾਰਟਨੈਸ ਆਫ ਬ੍ਰੈਥ ਜੋ ਹੈ ਹੁੰਦੀ ਹੈ, ਡਿਜ਼ੀਨੈਸ ਹੋ ਰਹੀ ਹੈ, ਤੁਹਾਨੂੰ ਬੰਦਾ ਜੋ ਹੈ ਕੰਬ ਰਿਹਾ ਹੈ। ਇਹਦੇ ਇਲਾਵਾ ਜੋ ਨੇ ਕੁਝ ਲੋਕਾਂ ਨੂੰ ਸਲੀਪਿੰਗ ਵਾਲਾ ਜੋ ਹੈ ਨਾ ਉਹਦੇ ਵੀ ਪ੍ਰੋਬਲਮ ਹੁੰਦੇ ਨੇ। ਨਮਨੈਸ ਤੇ ਟਿੰਗਲਿੰਗ ਹੁੰਦੀ ਹੈ ਹੈਂਡਸ ਐਂਡ ਫੀਟ ਤੇ, ਚਿਹਰੇ ਤੇ ਜਾਂ ਬੋਡੀ ਉੱਤੇ, ਜਿਸ ਤਰ੍ਹਾਂ ਸੂਈਆਂ ਚੁਭਦੀਆਂ ਨੇ, ਉਸ ਤਰ੍ਹਾਂ ਦੀ ਜੋ ਹੈ ਨਾ ਉਹ ਫੀਲਿੰਗ ਹੁੰਦੀ ਹੈ। ਇਸ ਦੇ ਇਲਾਵਾ ਜੋ ਹੈ ਹੌਟ ਫਲੈਸ਼ਿਸ ਹੁੰਦੇ ਨੇ, ਕਿਸ ਤਰ੍ਹਾਂ ਲੱਗਦਾ ਕਿ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਨਾ। ਇਹ ਕਾਮਨ ਸਿੰਪਟਮਸ ਨੇ ਪੈਨਿਕ ਅਟੈਕਸ ਦੇ। ਤੇ ਯੂਜੂਅਲੀ ਇਹ ਬਹੁਤ ਹੀ ਜਿਸ ਤਰ੍ਹਾਂ ਮੈਂ ਕਿਹਾ ਕਿ ਸਿਮਿਲਰ ਹੁੰਦੇ ਨੇ, ਜਿਸ ਤਰ੍ਹਾਂ ਤੋਂ ਹਾਰਟ ਅਟੈਕ ਹੋ ਰਿਹਾ ਉਸੇ ਤਰ੍ਹਾਂ ਹੁੰਦਾ ਹੈ, ਤੇ ਲੋਕ ਜੋ ਹੈ ਨਾ ਯੂਜੂਅਲੀ ਇਮਰਜ ਜਾਂਦੇ ਨੇ। ਲੇਕਿਨ ਇਹ ਇੰਪੋਰਟੈਂਟ ਹੈ ਕਿ ਤੁਸੀਂ ਪੈਨਿਕ ਅਟੈਕਸ ਹੋ ਰਹੇ ਤੇ ਡਾਕਟਰ ਨੂੰ ਜ਼ਰੂਰ ਦਿਖਾਓ, ਕਿਉਂਕਿ ਯੂ ਡੂ ਵਾਂਟ ਟੂ ਰੂਲ ਆਊਟ ਕਿ ਤੁਹਾਨੂੰ ਕੋਈ ਹਾਰਟ ਦਾ ਪ੍ਰੋਬਲਮ ਨਹੀਂ ਹੈ। ਰਾਈਟ। ਤੇ ਇੱਕ ਦਫਾ ਰੂਲ ਆਊਟ ਹੋ ਜਾਏ ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਪੈਨਿਕ ਅਟੈਕ ਨੇ, ਪਹਿਲੇ ਨਹੀਂ ਕਹਿ ਸਕਦੇ ਕਿ ਪੈਨਿਕ ਅਟੈਕ ਹੈ ਜਦੋਂ ਤੱਕ ਮੈਡੀਕਲ ਰੀਜ਼ਨ ਨਾਲ ਰੂਲ ਆਊਟ ਹੋ ਜਾਏ। ਤਾਂ ਲੇਕਿਨ ਅਗਰ ਤੁਸੀਂ ਬਿਕੋਜ਼ ਆਫ ਦਾ ਪੈਨਿਕ ਅਟੈਕ ਹਰ ਵਕਤ ਤੁਸੀਂ ਇਹ ਵਰੀ ਕਰਨਾ ਸ਼ੁਰੂ ਹੋ ਜਾਓ, ਜਿਨ੍ਹਾਂ ਲੋਕਾਂ ਨੂੰ ਪੈਨਿਕ ਡਿਸਆਰਡਰ ਹੁੰਦਾ ਹੈ, ਐਕਸਕਿਊਜ਼ ਮੀ, ਉਹ ਜਿਹੜੇ ਨੇ ਉਹ ਹਰ ਵਕਤ ਵਰੀ ਕਰਨ ਲੱਗ ਜਾਂਦੇ ਨੇ ਕਿ ਜੀ ਮੈਨੂੰ ਹੁਣ ਪੈਨਿਕ ਅਟੈਕ ਨਾ ਹੋ ਜਾਏ। ਤੇ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹਦੇ ਵਿੱਚ ਉਹਨਾਂ ਨੂੰ ਪੈਨਿਕ ਅਟੈਕ ਹੋਇਆ ਹੈ, ਉਹਨਾਂ ਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਨੇ। ਕੁਝ ਲੋਕ ਤੇ ਇਤਨਾ ਜ਼ਿਆਦਾ ਅਵੋਇਡ ਕਰਦੇ ਨੇ ਕਿ ਉਹ ਆਪਣੇ ਘਰ ਨੂੰ ਤੋਂ ਨਿਕਲਣਾ ਛੋੜ ਦਿੰਦੇ ਨੇ ਬਾਹਰ। ਯਾਨੀ ਇਤਨਾ ਜ਼ਿਆਦਾ ਸਵੀਅਰ ਹੁੰਦਾ ਹੈ ਕਿ ਉਹ ਬਿਲਕੁਲ ਟੋਟਲੀ ਜੋ ਹੈ ਨਾ, ਮੇਰੇ ਬਹੁਤ ਸਾਰੇ ਪੇਸ਼ੈਂਟ ਰਹੇ ਨੇ ਜੋ ਕਿ ਬਿਲਕੁਲ ਹਾਊਸ ਬਾਊਟ ਹੋ ਜਾਂਦੇ ਨੇ, ਘਰ ਤੋਂ ਹੀ ਨਹੀਂ ਨਿਕਲਦੇ ਬਾਹਰ। ਜਿਸ ਅਗਰ ਕਰਾਊਡ ਵਿੱਚ ਗਏ, ਉੱਥੇ ਪੈਨਿਕ ਅਟੈਕ ਹੋ ਗਿਆ ਤੇ ਉਹਨਾਂ ਨੇ ਕਹਿਣਾ ਜੀ ਮੈਂ ਕਰਾਊਡ 'ਚ ਨਹੀਂ ਜਾਣਾ ਕਿਉਂਕਿ ਮੈਨੂੰ ਪੈਨਿਕ ਅਟੈਕ ਹੋ ਜਾਏਗਾ। ਇਸੇ ਤਰ੍ਹਾਂ ਲੋਕ ਜੋ ਨੇ ਬ੍ਰਿਜਿਸ ਨੂੰ ਕ੍ਰਾਸ ਕਰਨਾ ਸ਼ੁਰੂ ਕਰ ਦਿੰਦੇ ਨੇ। ਨਾਓ ਆਈ ਹੈਵ ਲਾਈਕ ਪੇਸ਼ੈਂਟਸ ਜੋ ਕਿ ਅਗਰ ਵੈਨਕੂਵਰ ਵਿੱਚ ਰਹਿੰਦੇ ਨੇ ਤੇ ਉਹ ਸਰੀ ਵਿੱਚ ਨਹੀਂ ਜਾਣਗੇ ਕਿਉਂਕਿ ਉਹਨਾਂ ਨੂੰ ਬ੍ਰਿਜ ਕ੍ਰਾਸ ਕਰਨਾ ਪਏਗਾ। ਓਕੇ, ਰਾਈਟ। ਤੇ ਬ੍ਰਿਜ ਕ੍ਰਾਸ ਕਰਨੇ ਬੰਦ ਕਰ ਦੇਣਗੇ, ਐਲੀਵੇਟਰਸ ਉੱਤੇ ਨਹੀਂ ਚੜਨਗੇ, ਲਾਈਕ ਦੇ ਸਟਾਰਟ ਅਵੋਇਡਿੰਗ ਐਨੀ ਸਿਚੁਏਸ਼ਨ ਵਿਚ ਮੇਕਸ them panicky। ਮਤਲਬ ਐਂਜ਼ਾਇਟੀ ਦੇ ਨਾਲ ਫਿਰ ਡਰ ਵੀ ਮਿਕਸ ਹੋ ਜਾਂਦਾ ਉਹਦੇ ਚ। ਹਾਂ, ਮਤਲਬ ਇਤਨਾ ਖੌਫ ਉਹਨਾਂ ਨੂੰ ਹੋ ਜਾਂਦਾ ਹੈ ਕਿ ਮੈਨੂੰ ਪੈਨਿਕ ਅਟੈਕ ਹੋ ਜਾਣਾ ਹੈ, ਕਿ ਹਰ ਵਕਤ ਉਹ ਕਨਸਟੈਂਟਲੀ ਜੋ ਹੈ ਨਾ ਉਹਨੂੰ ਵਰੀ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਫਿਰ ਉਹਦੇ ਨਾਲ ਓਬਵੀਅਸਲੀ ਅਗਰ ਤੁਸੀਂ ਹਰ ਸਿਚੁਏਸ਼ਨ ਨੂੰ ਅਵੋਇਡ ਕਰਨ ਲੱਗ ਜਾਓਗੇ ਤੇ ਉਹਦੇ ਨਾਲ ਕੀ ਹੋਏਗਾ, ਤੁਹਾਡਾ ਵਰਕ ਇਫੈਕਟ ਹੋਣਾ ਸ਼ੁਰੂ ਹੋ ਜਾਏਗਾ, ਰਾਈਟ। ਤੁਹਾਡੀ ਨਾਰਮਲ ਰੈਗੂਲਰ ਡੇ ਟੂ ਡੇ
ਲਾਈਫ ਅਵਾਇਡ ਹੋਣਾ ਸ਼ੁਰੂ ਹੋ ਜਾਏਗੀ। ਹੁਣ ਤੁਸੀਂ ਬੱਚਾ ਕਹਿ ਰਿਹਾ ਕਿ ਜਾਂ ਤੁਹਾਡੇ ਬੱਚੇ ਕਹਿ ਰਹੇ ਨੇ ਜਾਂ ਹਸਬੈਂਡ ਕਹਿ ਰਿਹਾ ਲੈਟਸ ਗੋ ਟੂ ਦ ਮਾਲ, ਤੁਸੀਂ ਕਹਿ ਰਹੇ ਜੀ ਮੈਂ ਤਾਂ ਨਹੀਂ ਜਾਣਾ ਜੀ, ਮੈਨੂੰ ਤਾਂ ਐਂਗਜ਼ਾਇਟੀ ਹੋ ਜਾਏਗੀ ਉੱਥੇ ਜਾ ਕੇ, ਰਾਈਟ। तो एक वो एबनॉर्मल जो है ना हो जाता है इंस्टेड ऑफ द नॉर्मल रिस्पांस यूजुअली हैव टू दिस सिचुएशन। जी की रिस्क फैक्टर्स ने डॉक्टर राणा की ट्रिगर कर सकता है एंजाइटी डिसऑर्डर्स? हाँ जी, इस तो पहले किसी रिस्क फैक्टर की गल करिए, मैं चाहांगी कि मैं थानू जरा पहले होर दो तीन होर जेडे डिसऑर्डर्स ने उन्हां दा मैं थानू दस दवां। जिस तरह दो डिसऑर्डर्स ने ਜਿਹੜੇ ਬੜੇ ਇੰਪੋਰਟੈਂਟ ਨੇ। ਇੱਕ ਤੇ ਹੈ ਕਿ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਕਿ ਸੋਸ਼ਲ ਫੋਬੀਆ, ਓਕੇ ਠੀਕ ਹੈ, ਜਿਹਦੇ ਵਿੱਚ ਬੰਦਾ ਜੋ ਹੈ ਸੋਸ਼ਲ ਸਿਚੁਏਸ਼ਨ ਜੋ ਹੈ ਉਹਨਾਂ ਨੂੰ ਯੂਜੂਅਲੀ ਜੋ ਹੈ ਨਾ ਅਵੋਇਡ ਕਰਦੇ ਨੇ ਲੋਕ। ਉਹਨਾਂ ਨੂੰ ਲੱਗਦਾ ਹੈ ਕਿ ਉਹ ਕੋਈ ਇਸ ਤਰ੍ਹਾਂ ਦੀ ਹਰਕਤ ਕਰ ਦੇਣਗੇ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਐਮਬੈਰਸਮੈਂਟ ਹੋ ਜਾਏਗੀ ਜਾਂ ਲੋਕ ਉਹਨਾਂ ਨੂੰ ਜੱਜ ਕਰਨਗੇ ਜਾਂ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨਗੇ। ਇਹਦੇ ਨਾਲ ਬਹੁਤ ਜ਼ਿਆਦਾ ਜੋ ਹੈ ਨਾ ਕੀ ਹੁੰਦਾ ਹੈ ਕਿ ਫਿਰ ਉਹ ਲੋਕਾਂ ਨੂੰ ਮਿਲਣਾ ਜੁਲਣਾ ਛੱਡ ਦਿੰਦੇ ਨੇ, ਜੌਬ ਤੇ ਉਹਨਾਂ ਨੂੰ ਪ੍ਰੋਬਲਮ ਹੋਣਾ ਸ਼ੁਰੂ ਹੋ ਜਾਂਦੀ ਹੈ। ਉਹ ਬਹੁਤ ਹੀ ਸੈਲਫ ਕੌਨਸ਼ੀਅਸ ਹੁੰਦੇ ਨੇ ਇਹ ਲੋਕ ਜਿਹੜੇ ਨੇ ਨਾ। ਇਹ ਨੋਰਮਲ ਰਿਸਪੌਂਸ ਨਹੀਂ ਹੈਗਾ। ਬਹੁਤ ਸਾਰੇ ਲੋਕ ਕਹਿਣਗੇ ਉਹ ਜੀ ਸ਼ਾਇ ਹੈ, ਕੋਈ ਗੱਲ ਨਹੀਂ, ਰਾਈਟ, ਲੇਕਿਨ ਇਹ ਸ਼ਾਇਨੈਸ ਨਹੀਂ ਹੈਗੀ। ਇਹਦਾ ਇਲਾਜ ਮੌਜੂਦ ਹੈ। ਇਹ ਬੜੀ ਤੁਹਾਡੀ ਜ਼ਿੰਦਗੀ ਦੇ ਨਾਲ ਇਫੈਕਟ ਹੁੰਦੀ ਹੈ ਤੇ ਇਹਦਾ ਇਲਾਜ ਜੋ ਹੈ ਨਾ ਜ਼ਰੂਰ ਕਰਾ ਲੈਣਾ ਚਾਹੀਦਾ ਹੈ ਜੀ। ਇਸੇ ਤਰ੍ਹਾਂ ਤੋਂ ਕੁਝ ਲੋਕ ਜਿਹੜੇ ਨੇ ਨਾ, ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਐਲਕੋਹਲ ਜਿਹੜੀ ਹੈਗੀ ਹੈ ਜਾਂ ਡਰੱਗਸ ਜਿਹੜੇ ਲੋਕ ਯੂਜ਼ ਕਰਦੇ ਨੇ, ਜਿਸ ਤਰ੍ਹਾਂ ਐਮਫੈਟਾਮੀਨਸ ਨੇ ਜਾਂ ਤੁਸੀਂ ਤੁਹਾਨੂੰ ਪਤਾ ਹੈ ਕਿ ਕੋਕੇਨ ਅੱਜ ਕੱਲ੍ਹ ਲੋਕ ਬੜਾ ਯੂਜ਼ ਕਰਦੇ ਨੇ। ਇਹ ਸਾਰੀ ਜਿਹੜੀ ਡਰੱਗਸ ਨੇ ਇਹਨਾਂ ਦੇ ਨਾਲ ਵੀ ਜੋ ਹੈ ਨਾ ਐਂਗਜ਼ਾਇਟੀ ਹੁੰਦੀ ਹੈ ਤੇ ਐਂਗਜ਼ਾਇਟੀ ਡਿਸਆਰਡਰਸ ਹੁੰਦੇ ਨੇ। ਤੇ ਕੈਫੀਨ ਹੈਗੀ ਹੈ ਜਾਂ ਨਿਕੋਟੀਨ ਹੈ, ਯਾਨੀ ਜੋ ਅਸੀਂ ਸਿਗਰਟ ਵਗੈਰਾ ਪੀਂਦੇ ਹੈ, ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਨਾ ਇਹ ਐਂਗਜ਼ਾਇਟੀ ਜੋ ਹੈ ਨਾ ਉਹ ਕਾਜ਼ ਕਰ ਸਕਦੀਆਂ ਨੇ ਤੇ ਕੁਝ ਐਂਗਜ਼ਾਇਟੀ ਡਿਸਆਰਡਰ ਜੋ ਹੈ ਨਾ ਇਹਨਾਂ ਨਾਲ ਇੰਡਿਊਸ ਹੁੰਦੇ ਨੇ ਜੀ, ਠੀਕ ਹੈ। ਇਸ ਦੇ ਇਲਾਵਾ ਜੋ ਹੈ ਬੱਚਿਆਂ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਹੈ ਸੈਪਰੇਸ਼ਨ ਐਂਗਜ਼ਾਇਟੀ ਡਿਸਆਰਡਰ, ਜਿਹਦੇ ਵਿੱਚ ਬੱਚਾ ਜਿਹੜਾ ਹੈਗਾ ਹੈ ਉਹ ਮਾਂ ਬਾਪ ਤੋਂ ਜਾਂ ਜਿਨ੍ਹਾਂ ਤੋਂ ਵੀ ਕਲੋਜ਼ ਹੋਏ ਉਹਨਾਂ ਤੋਂ ਅਲੱਗਾ ਨਹੀਂ ਹੋਣਾ ਚਾਹੁੰਦਾ। ਤੇ ਸਪੈਸ਼ਲੀ ਇਹ ਇੰਪੋਰਟੈਂਟ ਹੋ ਜਾਂਦਾ ਹੈ ਜਦੋਂ ਸਕੂਲ ਤੁਸੀਂ ਬੱਚੇ ਨੂੰ ਭੇਜੋ ਤੇ ਉਹ ਜਾਣਾ ਨਹੀਂ ਚਾਹੁੰਦਾ, ਪੇਸ਼ੈਂਟਸ ਮਤਲਬ ਆਪਣੇ ਪੇਰੈਂਟਸ ਤੋਂ ਸੈਪਰੇਟ ਨਹੀਂ ਹੋਣਾ ਚਾਹੁੰਦਾ। ਤੇ ਇਸ ਤਰ੍ਹਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਬਾਅਦ ਵਿੱਚ ਪੋਸੀਬਿਲਿਟੀ ਹੁੰਦੀ ਹੈ ਕਿ ਉਹਨਾਂ ਨੂੰ एंग्जाइटी डिसऑर्डर जो है वो डेवलप हो जाए जी। Another one which is important is वो है जनरलाइज एंग्जाइटी डिसऑर्डर, ਜਿਹਦੇ ਵਿੱਚ ਇਹ ਹੁੰਦਾ ਹੈ ਕਿ ਕਨਸਟੈਂਟਲੀ ਇੱਕ ਬੰਦਾ ਜੋ ਹੈ ਇਹ ਤਾਂ ਇੱਕ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਪੈਨਿਕ ਅਟੈਕਸ ਵਿੱਚ ਇਹ ਹੈ ਕਿ ਅਟੈਕ ਦੀ ਤਰ੍ਹਾਂ ਹੋ ਰਿਹਾ, ਜਿਸ ਤਰ੍ਹਾਂ ਹਾਰਟ ਅਟੈਕ ਹੋ ਰਿਹਾ ਕਿ ਥੋੜਾ ਜਿਹਾ ਅੱਧੇ ਘੰਟੇ ਵਾਸਤੇ ਜਾਂ ਵਟਐਵਰ। ਲੇਕਿਨ ਜਨਰਲਾਈਜ਼ ਐਂਗਜ਼ਾਇਟੀ ਡਿਸਆਰਡਰ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਕਨਸਟੈਂਟਲੀ ਐਂਗਜ਼ਾਇਟੀ ਰਹਿੰਦੀ ਹੈ ਹਰ ਵਕਤ ਹਰ ਚੀਜ਼ ਦੇ ਬਾਰੇ ਵਿੱਚ ਉਹ ਵਰੀ ਕਰਦੇ ਨੇ ਤੇ ਐਕਸੈਸਿਵਲੀ ਵਰੀ ਕਰਦੇ ਨੇ। ਤੁਸੀਂ ਉਹਨਾਂ ਨੂੰ ਪੁੱਛੋ ਕਹੇਂਗੇ ਜੀ ਮੇਰੇ ਨੋਟ ਬਣੀ ਰਹਿੰਦੀ ਹੈ ਹਰ ਵਕਤ ਸਮਝ ਦੇ ਵਿੱਚ, ਜਾਂ ਮੇਰੇ ਚੈਸਟ ਵਿੱਚ ਹਰ ਵਕਤ ਦਰਦ ਹੁੰਦਾ ਰਹਿੰਦਾ ਹੈ, ਜਾਂ ਮੈਂ ਹਰ ਵਕਤ ਟੈਂਸ ਰਹਿੰਦਾ ਹੈ, ਜਾਂ ਮੇਰੇ ਮਸਲਸ ਜਿਹੜੇ ਨੇ ਉਹ ਹਰਟ ਕਰਦੇ ਰਹਿੰਦੇ ਨੇ। ਕੌਨਸੈਂਟਰੇਸ਼ਨ ਦਾ ਉਹਨਾਂ ਨੂੰ ਪ੍ਰੋਬਲਮ ਹੁੰਦਾ ਹੈ, ਨੀਂਦ ਨਹੀਂ ਆਉਂਦੀ ਰਾਤ ਦੇ ਵਕਤ ਬਿਕੋਜ਼ ਆਫ ਦ ਐਂਗਜ਼ਾਇਟੀ। ਤੇ ਇਹ ਕੁਝ ਇੰਪੋਰਟੈਂਟ ਕਿਸਮ ਦੇ ਐਂਗਜ਼ਾਇਟੀ ਡਿਸਆਰਡਰਸ ਨੇ। ਮੈਂ ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਜਾ ਰਹੀ, ਜਸਟ ਮੈਂ ਬਰੀਫਲੀ ਤੁਹਾਨੂੰ ਦੱਸ ਰਹੀ ਹਾਂ ਕਿ ਇਹਨਾਂ ਚੀਜ਼ਾਂ ਅਗਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਹੋ ਰਿਹਾ ਹੈ ਤੇ ਜਿਹਨੂੰ ਵੀ ਹੋ ਰਿਹਾ ਉਹਨੂੰ ਇਹ ਰੀਅਲਾਈਜ਼ ਕਰਨਾ ਚਾਹੀਦਾ ਹੈ ਕਿ ਮੇਬੀ ਦੇ ਨੀਡ ਟੂ ਗੋ ਐਂਡ ਸੀ ਅ ਡਾਕਟਰ। ਜੀ ਡਾਕਟਰ ਰਾਣਾ, ਤੁਸੀਂ ਗੱਲ ਕੀਤੀ ਹੈ ਜਿਵੇਂ ਸੋਸ਼ਲ ਫੋਬੀਆ ਦੀ ਜਾਂ ਫਿਰ ਜਿਹੜੀ ਐਲਕੋਹਲ ਜਾਂ ਡਰੱਗਸ ਦੀ ਵਜ੍ਹਾ ਨਾਲ ਹੁੰਦੀ ਹੈ, ਕਿਡਸ ਦੇ ਵਿੱਚ ਹੁੰਦੀ ਹੈ ਤੇ ਕਨਸਟੈਂਟ ਜਿਹੜੀ ਰਹਿੰਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਸਭ ਤੋਂ ਡੇਂਜਰਸ ਵਾਲੀ ਕਿਸਮ ਜੋ ਮੈਨੂੰ ਸਮਝ ਆ ਰਿਹਾ ਹੈ ਉਹ ਕਨਸਟੈਂਟ ਵਾਲੀ ਹੈ ਕਿ ਇੱਕ ਬੰਦਾ ਹਮੇਸ਼ਾ ਹੀ ਐਂਜ਼ਾਇਟੀ ਦੇ ਵਿੱਚ ਹੈ, ਹਮੇਸ਼ਾ ਹੀ ਵਰੀ ਦੇ ਵਿੱਚ ਹੈ। ਫਿਰ ਉਸ ਚੀਜ਼ ਦੇ ਨਾਲ ਕਿਸ ਤਰ੍ਹਾਂ ਡੀਲ ਕੀਤਾ ਜਾ ਸਕਦਾ? ਹਾਂਜੀ, ਉਹਦੇ ਨਾਲ ਵੀ ਟ੍ਰੀਟਮੈਂਟ ਅਵੇਲੇਬਲ ਹੈ ਜੀ। ਜਦੋਂ ਅਸੀਂ ਟ੍ਰੀਟਮੈਂਟ ਦੀ ਗੱਲ ਕਰਾਂਗੇ ਤਾਂ ਵਿਲ ਟਾਕ ਅਬਾਊਟ ਦੈਟ ਜੀ। ਲੇਕਿਨ ਇਹ ਇਸ ਤਰ੍ਹਾਂ ਹੁਣ ਜਿਸ ਤਰ੍ਹਾਂ ਅੱਜ ਕੱਲ੍ਹ ਮੇਰੀ ਇੱਕ ਪੇਸ਼ੈਂਟ ਐਡਮਿਟ ਹੋਈ ਹੈ, ਇੱਕ ਲੜਕੀ ਹੈ ਯੰਗ 22 ਸਾਲ ਦੀ। ਉਹਨੂੰ ਤੁਸੀਂ ਪੁੱਛੋ ਤਾਂ ਕਹਿੰਦੀ ਹੈ ਕਿ ਜੀ ਮੈਂ 95% ਆਫ ਦਾ ਟਾਈਮ ਮੈਨੂੰ ਜੋ ਹੈ ਬਸ ਐਂਗਜ਼ਾਇਟੀ ਰਹਿੰਦੀ ਹੈ, ਹਰ ਵਕਤ ਮੈਂ ਐਂਕਸ਼ੀਅਸ ਰਹਿੰਦੀ ਹੈ ਤੇ ਬੜੀ ਅਨਕੰਫਰਟੇਬਲ ਫੀਲਿੰਗ ਹੈ। ਯਾਨੀ ਜਿਸ ਬੰਦੇ ਨੂੰ ਐਂਗਜ਼ਾਇਟੀ ਡਿਸਆਰਡਰ ਹੋ ਰਿਹਾ ਹੈ ਜਾਂ ਜਿਹਨੂੰ ਜਨਰਲਾਈਜ਼ ਐਂਗਜ਼ਾਇਟੀ ਹੈ, ਇਟ ਇਜ਼ ਨਾਟ ਅ ਕੰਫਰਟੇਬਲ ਫੀਲਿੰਗ, ਇਟਸ ਅ ਵੈਰੀ ਵੈਰੀ ਅਨਕੰਫਰਟੇਬਲ ਫੀਲਿੰਗ ਕਿ ਕਨਸਟੈਂਟਲੀ ਤੁਸੀਂ ਇਸ ਤਰ੍ਹਾਂ ਫੀਲ ਕਰ ਰਹੇ ਹੋ ਕਿ ਨਾਰਮਲ ਨਹੀਂ ਹੈਗਾ ਕੁਝ ਵੀ। ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਸਾਰੇ ਫੀਲ ਕਰਦੇ ਹਾਂ, ਕਦੇ ਡਰ ਦੇ ਰੂਪ ਵਿੱਚ, ਕਦੇ ਚਿੰਤਾ ਦੇ ਰੂਪ ਵਿੱਚ, ਕਦੇ ਨਰਵਸ ਹੋ ਕੇ। ਸੋ ਕੀ ਹੈ ਐਂਜ਼ਾਇਟੀ? ਕਿਸ ਟਾਈਪ ਦੀ ਐਂਜ਼ਾਇਟੀ ਹੁੰਦੀ ਹੈ? ਕੀ ਇਹਦਾ ਇਲਾਜ ਅਵੇਲੇਬਲ ਹੈ? ਕਿਹਨਾਂ ਲੋਕਾਂ ਨੂੰ ਇਹਦਾ ਖਤਰਾ ਜ਼ਿਆਦਾ ਹੋ ਸਕਦਾ ਹੈ? ਡਾਕਟਰ ਰਾਣਾ ਤੋਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ। ਡਾਕਟਰ ਰਾਣਾ, ਕੀ ਰਿਸਕ ਫੈਕਟਰਸ ਨੇ ਤੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਐਂਜ਼ਾਇਟੀ ਦਾ ਜ਼ਿਆਦਾ ਖਤਰਾ ਹੋ ਸਕਦਾ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੈਨੇਟਿਕਲੀ ਕੁਝ ਲੋਕ ਜਿਹੜੇ ਨੇ ਨਾ ਉਹ ਵਲਨਰੇਬਲ ਹੁੰਦੇ ਨੇ ਕਿ ਯਾਨੀ ਤੁਹਾਡੇ ਯਾਨੀ ਜੋ ਜੀਨਸ ਜੇ ਨੇ ਉਹਦੇ ਦੇ ਵਿੱਚ ਉਹ ਇਨਹੈਰਿਟ ਹੋ ਰਹੇ ਨੇ ਜੀ। ਜਾਂ ਫੈਮਲੀਜ਼ ਵਿੱਚ ਜੋ ਹੈ ਮੋਰ ਜਿਸ ਤਰ੍ਹਾਂ ਅਗਰ ਫੈਮਲੀ ਦੇ ਵਿੱਚ ਕਿਸੇ ਨੂੰ ਮਾਂ ਨੂੰ ਐਂਗਜ਼ਾਇਟੀ ਡਿਸਆਰਡਰ ਹੈ ਤਾਂ ਮੋਰ ਚਾਂਸਿਸ ਹੈ ਕਿ ਬੱਚਿਆਂ ਨੂੰ ਵੀ ਐਂਗਜ਼ਾਇਟੀ ਡਿਸਆਰਡਰ ਹੋਣ। ਤਾਂ ਸੋ ਦੇਰ ਇਜ਼ ਅ ਜੈਨੇਟਿਕ ਹੈਰੀਟੇਬਿਲਿਟੀ ਹੈਗੀ ਇਹਦੇ ਵਿੱਚ। ਤੇ ਇੱਕ ਤੇ ਇਹ ਹੈ। ਅੱਛਾ, ਦੂਸਰੀ ਗੱਲ ਇਹ ਹੈ ਕਿ
ਬਹੁਤ ਸਾਰੇ ਮੈਡੀਕਲ ਰੀਜ਼ਨਸ ਨੇ ਕਿ ਜਿਹੜੇ ਬਹੁਤ ਸਾਰੇ ਮੈਡੀਕਲ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਵੀ ਜੋ ਹੈ ਨਾ ਤੁਹਾਨੂੰ ਐਂਗਜ਼ਾਇਟੀ ਡਿਸਆਰਡਰ ਹੋ ਸਕਦੇ ਨੇ। ਇਸ ਵਾਸਤੇ ਬਹੁਤ ਹੀ ਜ਼ਰੂਰੀ ਹੈ ਕਿ ਪਹਿਲੇ ਤੁਸੀਂ ਮੈਡੀਕਲ ਜੋ ਹੈ ਨਾ ਆਪਣੇ ਇਸ਼ੂਜ਼ ਜੋ ਹੈ ਨਾ ਉਹਨਾਂ ਦੇ ਉੱਤੇ ਦੇਖ ਲਓ ਕਿ ਕੋਈ ਮੈਡੀਕਲ ਪ੍ਰੋਬਲਮ ਤੇ ਨਹੀਂ ਹੈ ਜਿਹਦੀ ਵਜ੍ਹਾ ਨਾਲ ਤੁਹਾਨੂੰ ਐਂਗਜ਼ਾਇਟੀ ਡਿਸਆਰਡਰ ਹੋ ਰਿਹਾ ਹੈ। ਜਿਸ ਤਰ੍ਹਾਂ ਮੈਂ ਹਾਰਟ ਦੀ ਡਿਜ਼ੀਜ਼ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਅਗਰ ਕਿਸੇ ਨੂੰ MI ਹੋ ਰਿਹਾ ਯਾਨੀ ਕਿ ਐਂਜਾਈਨਾ ਜਾਂ ਹਾਰਟ ਅਟੈਕ ਹੋਏ, ਇਸ ਤਰ੍ਹਾਂ ਪਲਮਨਰੀ ਐਂਬੋਲਿਜ਼ਮ ਹੈ, ਬਹੁਤ ਸਾਰੇ ਹਾਰਟ ਦੇ ਪ੍ਰੋਬਲਮਸ ਨੇ ਜਿਨ੍ਹਾਂ ਦੇ ਵਿੱਚ ਐਂਗਜ਼ਾਇਟੀ ਡਿਸਆਰਡਰ ਜੋ ਹੈ ਨਾ ਉਹਦੀ ਤਰ੍ਹਾਂ ਦੇ ਸਿੰਪਟਮਸ ਹੁੰਦੇ ਨੇ ਜਾਂ ਐਂਗਜ਼ਾਇਟੀ ਜੋ ਹੈ ਨਾ ਉਹਦੇ ਵਿੱਚ ਮੌਜੂਦ ਹੁੰਦੀ ਹੈ। ਥਾਇਰਾਇਡ ਜਿਹੜਾ ਹੈ ਉਹਦੇ ਪ੍ਰੋਬਲਮਸ ਵਿੱਚ ਵੈਰੀ ਕਾਮਨ, ਹਾਈਪਰਥਾਇਰਾਇਡਿਜ਼ਮ ਸਪੈਸ਼ਲੀ ਜਿਨ੍ਹਾਂ ਦਾ ਐਕਟਿਵ ਹੁੰਦਾ ਨਾ ਬਹੁਤ ਜ਼ਿਆਦਾ ਥਾਇਰਾਇਡ, ਉਹਨਾਂ ਦੇ ਵਿੱਚ ਜੋ ਹੈ ਐਂਗਜ਼ਾਇਟੀ ਤੇ ਪੈਨਿਕ ਅਟੈਕਸ ਵਗੈਰਾ ਜੋ ਹੈ ਹੋ ਸਕਦੇ ਨੇ। ਇਸ ਤਰ੍ਹਾਂ ਬਹੁਤ ਸਾਰੀ ਮੈਡੀਕਲ ਕੰਡੀਸ਼ਨਸ ਜੀ ਤੇ ਅਗੇਨ ਤੁਹਾਡੇ ਡਾਕਟਰਸ ਨੂੰ ਚਾਹੀਦਾ ਹੈ ਕਿ ਉਹ ਦੇਖੇ ਤੇ ਉਹਨਾਂ ਨੂੰ ਰੂਲ ਆਊਟ ਕਰ ਦੇ। ਤੇ ਇਸ ਦੇ ਇਲਾਵਾ ਲੋਕ ਜੋ ਕਿ ਡਰੱਗਸ ਯੂਜ਼ ਕਰਦੇ ਨੇ, ਜਿਸ ਤਰ੍ਹਾਂ ਕਿ ਪਹਿਲੇ ਮੈਂ ਕਿਹਾ ਹੈ ਕਿ ਜੋ ਕਿ ਐਲਕੋਹਲ ਯੂਜ਼ ਕਰਦੇ ਨੇ ਜਾਂ ਦੂਸਰੀ ਡਰੱਗਸ ਯੂਜ਼ ਕਰਦੇ ਨੇ, ਉਹ ਐਟ ਰਿਸਕ ਹੈਵਿੰਗ ਦ ਐਂਗਜ਼ਾਇਟੀ ਡਿਸਆਰਡਰ। ਬਲਕਿ ਉਹਨਾਂ ਜਦੋਂ ਵਿਦਡਰਾ ਕਰਦੇ ਨੇ, ਫੋਰ ਐਗਜ਼ਾਮਪਲ ਜਿਹੜੇ ਲੋਕ ਬਹੁਤ ਜ਼ਿਆਦਾ ਡਰਿੰਕ ਕਰਦੇ ਨੇ, ਜਦੋਂ ਐਲਕੋਹਲ ਤੋਂ ਵਿਦਡਰਾ ਕਰਦੇ ਨੇ ਤੇ ਉਹਦੀ ਵਜ੍ਹਾ ਨਾਲ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਐਂਗਜ਼ਾਇਟੀ ਹੋਣ ਦਾ ਚਾਂਸ ਹੈ। ਬਾਕੀ ਜੋ ਹੈ ਅਗਰ ਤੁਹਾਡੀ ਹਿਸਟਰੀ ਹੈ ਟਰਾਮਾ ਦੀ, ਯਾਨੀ ਅਗਰ ਜਿਸ ਤਰ੍ਹਾਂ ਤੁਸੀਂ ਅਗਰ ਜ਼ਿੰਦਗੀ ਵਿੱਚ ਤੁਹਾਡਾ ਕੋਈ ਟਰੋਮੈਟਿਕ ਇਵੈਂਟ ਹੋ ਗਿਆ, ਮੈਂ ਬਹੁਤ ਜ਼ਿਆਦਾ ਦੇਖਦੀ ਹਾਂ ਲੋਕ ਜਿਨ੍ਹਾਂ ਦੇ ਕਾਰ ਐਕਸੀਡੈਂਟ ਫੋਰ ਐਗਜ਼ਾਮਪਲ ਹੋ ਗਏ ਨੇ ਤੇ ਕਾਰ ਐਕਸੀਡੈਂਟ ਦੇ ਬਾਅਦ ਜੋ ਹੈ ਉਹਨਾਂ ਨੂੰ ਸੀਵੀਅਰ ਐਂਗਜ਼ਾਇਟੀ ਜੋ ਹੈ ਹੋਣਾ ਸ਼ੁਰੂ ਹੋ ਜਾਂਦੀ ਹੈ ਜਾਂ ਪੈਨਿਕ ਅਟੈਕਸ ਵਗੈਰਾ ਜੋ ਹੋ ਜਾਂਦੇ ਨੇ। ਇਸੇ ਤਰ੍ਹਾਂ ਅਗਰ ਟਰੋਮੈਟਿਕ ਇਵੈਂਟ ਹੈ, ਫੋਰ ਐਗਜ਼ਾਮਪਲ ਅਬਿਊਜ਼ ਦੀ ਹਿਸਟਰੀ ਹੈਗੀ ਹੈ, ਜਿਸ ਤਰ੍ਹਾਂ ਤੁਸੀਂ ਦੇਖੋ ਕਿ ਅਗਰ ਹਸਬੈਂਡ ਜੋ ਹੈ ਉਹ ਬਹੁਤ ਹੀ ਅਗਰੈਸਿਵ ਹੈ ਆਪਣੀ ਬੀਵੀ ਦੇ ਨਾਲ, ਐਨੀ ਟਰੋਮੈਟਿਕ ਇਵੈਂਟ ਜੋ ਹੈ ਉਹ ਤੁਹਾਨੂੰ ਉਹ ਇੱਕ ਰਿਸਕ ਫੈਕਟਰ ਹੈ ਤੁਹਾਡੇ ਵਾਸਤੇ ਐਂਗਜ਼ਾਇਟੀ ਡਿਵੈਲਪ ਕਰਨ ਵਾਸਤੇ। ਸਟ੍ਰੈਸ ਹੈ, ਕੋਈ ਤੁਹਾਨੂੰ ਬਿਮਾਰੀ ਦੀ ਵਜ੍ਹਾ ਨਾਲ ਤੁਹਾਨੂੰ ਸਟ੍ਰੈਸ ਹੈ ਜਾਂ ਤੁਹਾਨੂੰ ਕੀ ਕਹਿੰਦੇ ਨੇ ਬਿਲਡਅਪ ਹੋ ਰਿਹਾ ਸਟ੍ਰੈਸ, ਕਿ ਬਹੁਤ ਜ਼ਿਆਦਾ ਸਟ੍ਰੈਸਿਸ ਇੱਕ ਵਕਤ ਵਿੱਚ ਹੋ ਰਹੇ ਨੇ। ਬਾਅਦ ਔਕਾਤ ਇਨਸਾਨ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਹੀ ਵਕਤ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੋ ਰਹੀਆਂ ਹੁੰਦੀਆਂ ਨੇ ਤੁਹਾਡੀ ਲਾਈਫ ਵਿੱਚ। ਫੋਰ ਐਗਜ਼ਾਮਪਲ ਕਿਸੇ ਦੀ ਫੈਮਿਲੀ ਮੈਂਬਰ ਦੀ ਵੀ ਡੈਥ ਹੋ ਗਈ, ਨਾਲ ਤੁਹਾਨੂੰ ਵਰਕ ਤੇ ਵੀ ਸਟ੍ਰੈਸ ਹੋ ਰਿਹਾ ਹੈ, ਫਾਈਨੈਂਸ਼ੀਅਲ ਪ੍ਰੋਬਲਮਸ ਵੀ ਨੇ। ਇਹ ਸਾਰੀ ਚੀਜ਼ਾਂ ਜਦੋਂ ਬਿਲਡ ਹੋਣਗੀਆਂ ਤੇ ਉਹਦੇ ਨਾਲ ਫਿਰ ਪੋਸੀਬਿਲਿਟੀ ਹੈ ਕਿ ਤੁਹਾਨੂੰ ਐਂਗਜ਼ਾਇਟੀ ਜੋ ਹੈ ਨਾ ਡਿਸਆਰਡਰ ਹੋ ਜਾਏ ਜਾਂ ਪੈਨਿਕ ਅਟੈਕਸ ਜੋ ਹੈ ਨਾ ਹੋ ਜਾਣ। ਕੁਛ ਲੋਕਾਂ ਦੀ ਪਰਸਨੈਲਿਟੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਜ਼ਿਆਦਾ ਵਲਨਰੇਬਲ ਹੁੰਦੇ ਨੇ, ਉਹ ਜ਼ਿਆਦਾ ਪ੍ਰੋਨ ਹੁੰਦੇ ਨੇ ਟੂ ਐਂਗਜ਼ਾਇਟੀ ਡਿਸਆਰਡਰ। ਸੋ ਤੁਹਾਡੀ ਕੁਛ ਲੋਕ ਨੇ ਹਰ ਚੀਜ਼ ਨੂੰ ਬੜਾ ਈਜ਼ੀ ਲੈਂਦੇ ਨੇ, ਅਗਰ ਕੋਈ ਸਟ੍ਰੈਸ ਹੋ ਵੀ ਗਿਆ ਤਾਂ ਬਹੁਤ ਜ਼ਿਆਦਾ ਉਹਨੂੰ ਸੀਰੀਅਸਲੀ ਨਹੀਂ ਲੈਂਦੇ। ਕੁਛ ਲੋਕਾਂ ਵਾਸਤੇ ਹਰ ਚੀਜ਼ ਬਹੁਤ ਵੱਡੀ ਹੁੰਦੀ ਹੈ, ਉਹਨਾਂ ਦੀ ਪਰਸਨੈਲਿਟੀ ਇਸੇ ਤਰ੍ਹਾਂ ਦੀ ਹੁੰਦੀ ਹੈ। ਇਹਦੇ ਇਲਾਵਾ ਲੋਕ ਜਿਨ੍ਹਾਂ ਨੂੰ ਦੂਸਰੇ ਮੈਂਟਲ ਹੈਲਥ ਡਿਸਆਰਡਰਸ ਨੇ, ਫੋਰ ਐਗਜ਼ਾਮਪਲ ਅਗਰ ਤੁਹਾਨੂੰ ਡਿਪਰੈਸ਼ਨ ਹੈ ਉਹਦੇ ਨਾਲ ਕਾਮਨ ਹੈ, OCD ਦੇ ਨਾਲ, ਬਹੁਤ ਸਾਰੇ ਜੋ ਦੂਸਰੇ ਸਾਈਕੈਟ੍ਰਿਕ ਡਿਸਆਰਡਰਸ ਨੇ ਉਹਨਾਂ ਦੇ ਨਾਲ ਵੀ ਐਂਗਜ਼ਾਇਟੀ ਡਿਸਆਰਡਰਸ ਜੋ ਉਹ ਕਾਮਨ ਹੁੰਦੇ ਨੇ। ਸੋ ਥੀਸ ਆਰ ਆਲ ਦ ਰਿਸਕ ਫੈਕਟਰਸ। ਜੀ ਅੱਛਾ ਡਾਕਟਰ ਰਾਣਾ, ਕਈ ਵਾਰੀ ਆਪਾਂ ਦੇਖਦੇ ਹਾਂ ਆਪਣੀ ਨਾਰਮਲ ਲਾਈਫ ਦੇ ਵਿੱਚ ਨਾ ਕਈ ਲੋਕ ਆਪਾਂ ਨੂੰ ਮਿਲਦੇ ਆ, ਉਹਨਾਂ ਦੇ ਅਜੀਬ ਜਿਹੇ ਸਿੰਪਟਮਸ ਹੁੰਦੇ ਹੈ, ਅਨਯੂਜੂਅਲ ਜਿਹੇ ਸਿੰਪਟਮ ਹੈ, ਉਹ ਸਮਝ ਨਹੀਂ ਆਉਂਦੀ ਹੁੰਦੀ ਕਿ ਐਂਜ਼ਾਇਟੀ ਦੇ ਸਿੰਪਟਮਸ ਹੈ ਜਾਂ ਇਹ ਵੈਸੇ ਹੀ ਰੂਟੀਨ ਦੇ ਵਿੱਚ ਸਟ੍ਰੈਸ ਹੋ ਗਿਆ। ਕੋਈ ਕਹਿੰਦੇ ਨੇ ਕਿ ਸਾਡਾ ਸਿਰ ਹੀ ਦੁਖਦਾ ਰਹਿੰਦਾ ਹੈ, ਕੋਈ ਕਹਿੰਦਾ ਕਿ ਮੈਨੂੰ ਨੀਂਦ ਨਹੀਂ ਆਉਂਦੀ, ਕਈ ਵਾਰੀ ਕਹਿ ਦਿੰਦੇ ਨੇ ਵੀ ਜਿਵੇਂ ਤੁਸੀਂ ਕਿਹਾ ਨਾ ਸਟਮਕ ਨੌਟ ਬਣ ਜਾਂਦੀ ਹੈ, ਉੱਦਾਂ ਦੀ ਫੀਲਿੰਗ ਹੁੰਦੀ ਹੈ। ਸੋ ਕੀ ਉਸ ਟਾਈਮ ਦੇ ਵਿੱਚ ਫਿਰ ਡਾਕਟਰ ਨਾਲ ਕੰਸਲਟ ਕਰਨਾ ਚਾਹੀਦਾ ਵੀ ਕਿਤੇ ਇਹ ਸਿੰਪਟਮਸ ਜਿਹੜੇ ਨੇ ਇਹ ਐਂਜ਼ਾਇਟੀ ਦੇ ਤਾਂ ਨਹੀਂ ਹੈਗੇ? ਬਿਲਕੁਲ ਜੀ, ਕਰਨਾ ਚਾਹੀਦਾ ਹੈ। ਔਰ ਅੱਛਾ ਹੋਇਆ ਤੁਸੀਂ ਮੇਰੇ ਕੋਲੋਂ ਇਹ ਬੜਾ ਇੰਪੋਰਟੈਂਟ ਕੁਐਸਚਨ ਜੀ ਸੀ ਜਿਹੜਾ ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ, ਕਿਉਂਕਿ ਸਾਡਾ ਸਾਊਥ ਏਸ਼ੀਅਨ ਕਲਚਰ ਜੋ ਹੈ ਉਹਦੇ ਵਿੱਚ ਬੇਸਿਕਲੀ ਲੋਕਾਂ ਨੂੰ ਆਪਣੀ ਫੀਲਿੰਗਸ ਨੂੰ ਜੋ ਹੈ ਨਾ ਐਕਸਪ੍ਰੈਸ ਨਹੀਂ ਕਰਨਾ ਆਉਂਦਾ, ਇਹ ਕਹਿਣਾ ਚਾਹੀਦਾ ਹੈ। ਉਹਦੀ ਵਜ੍ਹਾ ਇਹ ਹੈ ਕਿ ਬਚਪਨ ਤੋਂ ਹੀ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਬਈ ਅਗਰ ਕੋਈ ਬੱਚਾ ਰੋ ਰਿਹਾ ਹੈ ਤੇ ਰੋਣੇ ਦੀ ਕੀ ਗੱਲ ਹੈ, ਕਿਉਂ ਰੋ ਰਿਹਾ ਬਈ, ਰਾਈਟ? ਜਾਂ ਅਗਰ ਕੋਈ ਇਹ ਕਹਿ ਰਿਹਾ ਕਿ ਮੈਨੂੰ ਫੀਲਿੰਗ ਆਫ ਸੈਡਨੈਸ ਹੋ ਰਹੀ ਹੈ ਜਾਂ ਮੈਨੂੰ ਡਿਪਰੈਸ਼ਨ ਹੋ ਗਿਆ, ਤਾਂ ਸਾਡੇ ਕਲਚਰ ਵਿੱਚ ਵੀ ਡਿਪਰੈਸ਼ਨ ਦੀ ਕੀ ਗੱਲ ਹੈ, ਕੀ ਜ਼ਰੂਰਤ ਹੈ, ਮਤਲਬ ਇਹ ਕਿ ਬਹਾਦਰ ਹੋਣਾ ਚਾਹੀਦਾ ਹੈ। ਸਪੈਸ਼ਲੀ ਆਦਮੀਆਂ ਨੂੰ ਤੇ ਦੱਸਿਆ ਜਾਂਦਾ ਹੈ ਕਿ ਤੁਸੀਂ ਰੋਣਾ ਨਹੀਂ ਹੈਗਾ, ਕਿਸੇ ਕਿਸਮ ਦੇ ਇਮੋਸ਼ਨ ਚਾਹਨਾ ਤੁਸੀਂ ਐਕਸਪ੍ਰੈਸ ਨਹੀਂ ਕਰਨੇ, ਤੇ ਔਰਤਾਂ ਨੂੰ ਵੀ ਦੱਸਿਆ ਜਾਂਦਾ ਹੈ। ਦੂਸਰੀ ਗੱਲ ਇਹ ਹੈ ਕਿ ਸਾਡੇ ਕਲਚਰ ਵਿੱਚ ਅਗਰ ਕੋਈ ਇਮੋਸ਼ਨਲ ਕਿਸਮ ਦੀ ਗੱਲ ਕਰੇ ਨਾ ਕਿ ਮੈਨੂੰ ਕੋਈ ਇਮੋਸ਼ਨਲ ਪ੍ਰੋਬਲਮ ਹੋ ਰਿਹਾ ਹੈ, ਤਾਂ ਉਹਦੇ ਨਾਲ ਇੱਕ ਤੇ ਸਟਿਗਮਾ ਅਟੈਚ ਹੈ, ਦੂਸਰੇ ਉਹਦੇ ਨਾਲ ਉਹਨੂੰ ਇਹ ਸਮਝਿਆ ਜਾਂਦਾ ਹੈ ਕਿ ਵੀਕਨੈਸ ਹੈ, ਕਿ ਤੁਹਾਨੂੰ ਇਹਨੂੰ ਓਵਰਕਮ ਕਰ ਲੈਣਾ ਚਾਹੀਦਾ ਹੈ। ਮਤਲਬ ਇਹ ਕਿ ਮਤਲਬ ਕਿਉਂ ਤੁਹਾਨੂੰ ਇਹ ਪ੍ਰੋਬਲਮ ਕਿਉਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਐਟੀਟਿਊਡ ਹੈ। ਠੀਕ ਹੈ, ਤੇ ਉਹਦੇ ਨਾਲ ਫਿਰ ਕੀ ਹੁੰਦਾ ਹੈ ਕਿ ਉਹ ਇਮੋਸ਼ਨਸ ਜਿਹੜੇ ਨੇ ਉਹਨਾਂ ਨੂੰ ਬਜਾਏ ਔਰਤਾਂ ਸਾਡੀਆਂ ਜਾਂ ਬੱਚੇ ਜਾਂ ਆਦਮੀ ਵੀ ਕਹਿ ਲਓ ਤੁਸੀਂ, ਉਹ ਉਹਨੂੰ ਐਕਸਪ੍ਰੈਸ ਕਰਨ, ਇਹ ਕਹਿ ਕੇ ਵੀ ਮੈਨੂੰ ਡਿਪਰੈਸ਼ਨ ਹੋ ਰਿਹਾ ਜਾਂ ਮੈਨੂੰ ਐਂਗਜ਼ਾਇਟੀ ਹੋ ਰਹੀ ਹੈ। ਸਾਡੇ ਲੋਕ ਕਹਿਣਗੇ ਉਹ ਜੀ ਮੇਰੇ ਸਿਰ ਵਿੱਚ ਦਰਦ ਹੋ ਰਿਹਾ,
ਗੈਸ ਦਾ ਪ੍ਰੋਬਲਮ ਤੁਹਾਨੂੰ ਜੋ ਹੈ ਬਹੁਤ ਹੀ ਤੁਸੀਂ ਸੁਣੋਗੇ। ਮੈਂ ਆਪਣੀ ਪ੍ਰੈਕਟਿਸ ਵਿੱਚ ਜਿਹੜੇ ਮੇਰੇ ਸਾਊਥ ਏਸ਼ੀਅਨ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਡਿਪਰੈਸ਼ਨ ਐਂਗਜ਼ਾਇਟੀ ਹੁੰਦੀ ਹੈ, ਬਜਾਏ ਉਹ ਕਹਿਣ ਦੇ ਕਿ ਜੀ ਮੈਨੂੰ ਡਿਪਰੈਸ਼ਨ ਹੋ ਰਿਹਾ ਜਾਂ ਮੈਨੂੰ ਐਂਗਜ਼ਾਇਟੀ ਹੋ ਰਹੀ, ਉਹ ਕਹਿਣਗੇ ਜੀ ਮੈਨੂੰ ਗੈਸ ਦਾ ਪ੍ਰੋਬਲਮ ਹੈ, ਮੇਰੇ ਸਟਮਕ ਵਿੱਚ ਗੋਲਾ ਬਣਦਾ ਹੈ। ਹਾਂ, ਜਾਂ ਉਹ ਮਤਲਬ ਫਿਜ਼ੀਕਲ ਜਿਹੜੇ ਸਿੰਪਟਮਸ ਨੇ ਜਾਂ ਮੇਰੀ ਜਿਸਮ ਵਿੱਚ ਮੈਨੂੰ ਇਹ ਬਹੁਤ ਸੁਣਨ ਨੂੰ ਮਿਲਦਾ ਕਿ ਮੇਰੇ ਜਿਸਮ ਵਿੱਚ ਬਹੁਤ ਦਰਦ ਹੈ ਬਾਈ, ਹਰ ਵਕਤ ਜਿਸਮ ਵਿੱਚ ਮੇਰੇ ਦਰਦ ਰਹਿੰਦੀ ਹੈ, ਰਾਈਟ। ਤੇ ਉਹ ਉਹਨੂੰ ਇਮੋਸ਼ਨਲ ਸੈਂਸ ਵਿੱਚ ਨਹੀਂ ਉਹਨੂੰ ਡਿਸਕ੍ਰਾਈਬ ਕਰਦੇ, ਬਲਕਿ ਉਹਨੂੰ ਫਿਜ਼ੀਕਲ ਸਿੰਪਟਮਸ ਦੇ ਵਿੱਚ ਹੈ ਨਾ ਉਹ ਡਿਸਕ੍ਰਾਈਬ ਕਰਦੇ ਨੇ। ਤੇ ਉਹ ਅਗੇਨ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਹੈ ਕਿ ਹਰ ਚੀਜ਼ ਵਿੱਚ ਜ਼ਰੂਰੀ ਹੈ ਕਿ ਮੈਡੀਕਲ ਇਲਨੈਸ ਨੂੰ ਪਹਿਲੇ ਰੂਲ ਆਊਟ ਕਰਿਆ ਜਾਏ, ਫਿਰ ਅਗਰ ਨਹੀਂ ਹੈ ਤੇ ਫਿਰ ਦੇਖੋ ਕਿ ਡਿਪਰੈਸ਼ਨ ਤੇ ਐਂਗਜ਼ਾਇਟੀ ਨਹੀਂ ਹੈ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਪ੍ਰੋਬਲਮ ਹੋ ਰਹੇ ਨੇ। ਜੀ ਡਾਕਟਰ ਰਾਣਾ, ਆਪਾਂ ਗੱਲ ਕਰ ਰਹੇ ਹਾਂ ਐਂਗਜ਼ਾਇਟੀ ਦੀ। ਹੁਣ ਇਹ ਦੱਸੋ ਕਿ ਟ੍ਰੀਟਮੈਂਟ ਆਪਸ਼ਨਸ ਕੀ ਅਵੇਲੇਬਲ ਨੇ? ਹਾਂਜੀ, ਟ੍ਰੀਟਮੈਂਟ ਐਕਚੁਅਲੀ ਐਂਗਜ਼ਾਇਟੀ ਡਿਸਆਰਡਰਸ ਦੀ ਅਵੇਲੇਬਲ ਹੈਗੀ ਹੈ। ਤੇ ਪਹਿਲੀ ਗੱਲ ਤੇ ਇਹ ਹੈ ਕਿ ਤੁਹਾਨੂੰ ਜਿਸ ਤਰ੍ਹਾਂ ਮੈਂ ਹੁਣੇ ਤੁਹਾਨੂੰ ਸਿੰਪਟਮਸ ਵਗੈਰਾ ਦੱਸੇ ਨੇ, ਅਗਰ ਕਿਸੇ ਨੂੰ ਲੱਗੇ ਕਿ ਉਹਨੂੰ ਐਂਗਜ਼ਾਇਟੀ ਡਿਸਆਰਡਰ ਹੈ, ਸਭ ਤੋਂ ਪਹਿਲਾਂ ਤਾਂ ਆਪਣੇ ਫੈਮਿਲੀ ਫਿਜ਼ੀਸ਼ੀਅਨ ਕੋਲ ਜਾਓ ਜੀ, ਤੇ ਜਾ ਕੇ ਉਹ ਬਲੱਡ ਟੈਸਟ ਕਰੇਗਾ, ਨਾਰਮਲ ਜਨਰਲ ਫਿਜ਼ੀਕਲ ਕਰੇਗਾ, ਰੂਲ ਆਊਟ ਕਰੇਗਾ ਕਿ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਨਹੀਂ ਹੈਗਾ ਕਿ ਜਿਹਦੀ ਵਜ੍ਹਾ ਨਾਲ ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈ, ਕਿਉਂਕਿ ਉਹ ਪਹਿਲੀ ਚੀਜ਼ ਹੈ ਜੀ, ਰੂਲ ਆਊਟ ਕਰਨੇ ਦੀ ਜ਼ਰੂਰਤ ਹੈ। ਸੈਕਿੰਡ ਗੱਲ ਇਹ ਹੈ ਕਿ ਉਸ ਤੋਂ ਬਾਅਦ ਟ੍ਰੀਟਮੈਂਟ ਅਗਰ ਤੁਸੀਂ ਦੇਖੋ ਤੇ ਮੈਡੀਕੇਸ਼ਨਸ ਵੀ ਅਵੇਲੇਬਲ ਨੇ ਔਰ ਸਾਈਕੋਥੈਰੇਪੀ ਜੋ ਹੈ, ਇਹ ਦੋ ਤਰ੍ਹਾਂ ਦੀ ਟ੍ਰੀਟਮੈਂਟ ਹੈਗੀ ਹੈ ਇਹਦੀ। ਇੱਕ ਤੇ ਸਾਈਕੋਥੈਰੇਪੀ ਹੈ, ਸੈਕਿੰਡ ਜੋ ਹੈ ਉਹ ਮੈਡੀਕੇਸ਼ਨਸ ਹੈ ਜੀ। ਤੇ ਸਾਈਕੋਥੈਰੇਪੀ ਜੋ ਹੈ ਉਹਦੇ ਵਿੱਚ ਇੱਕ ਦੇयर इज अ ਕਾਈਂਡ ਆਫ ਸਾਈਕੋਥੈਰੇਪੀ ਜਿਹਨੂੰ ਅਸੀਂ ਕੋਗਨੀਟਿਵ ਬਿਹੇਵੀਅਰ ਥੈਰੇਪੀ ਕਹਿੰਦੇ ਹਾਂ, ਉਹ ਵੈਰੀ ਇਫੈਕਟਿਵ ਇਨ ਐਂਗਜ਼ਾਇਟੀ ਡਿਸਆਰਡਰਸ ਜੀ। ਤੇ ਉਹਦੇ ਵਾਸਤੇ ਜੋ ਹੈ ਤੁਹਾਨੂੰ ਜਾਂ ਤੇ ਤੁਸੀਂ ਕਿਸੇ ਸਾਈਕੋਲੋਜਿਸਟ ਨੂੰ ਜ਼ਾਹਿਰ ਦੇਖੋਗੇ, ਹੁਣ ਸਾਈਕੋਲੋਜਿਸਟ ਯੂਜੂਅਲੀ ਜੇ ਉਹ ਪੈਸੇ ਚਾਰਜ ਕਰਦੇ ਨੇ, ਰਾਈਟ। ਸਾਡੀ ਜਿਸ ਤਰ੍ਹਾਂ ਮੈਂ ਤਾਂ ਸਾਈਕਾਇਟਰਿਸਟ ਹਾਂ, ਮੈਂ ਮੈਡੀਕਲ ਡਾਕਟਰ, ਤੇ ਸਾਡੇ ਲੋਕਾਂ ਦੀ ਅਸੀਂ ਜੋ ਟ੍ਰੀਟਮੈਂਟ ਕਰਦੇ ਹਾਂ ਫ੍ਰੀ ਹੁੰਦੀ ਹੈ। ਤੇ ਬਹੁਤ ਸਾਰੇ ਲੋਕ ਜਿਹੜੇ ਉਹ ਪੇ ਨਹੀਂ ਕਰ ਸਕਦੇ ਤੇ ਉਹਦੀ ਵਜ੍ਹਾ ਨਾਲ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ। ਲੇਕਿਨ ਮੈਂਟਲ ਹੈਲਥ ਕਲੀਨਿਕਸ ਜਿਹੜੇ ਮੋਸਟ ਜਿਹੜੇ ਮੈਂਟਲ ਹੈਲਥ ਕਲੀਨਿਕਸ ਨੇ, ਅਗਰ ਤੁਸੀਂ ਕਿਸੇ ਮੈਂਟਲ ਹੈਲਥ ਕਲੀਨਿਕ ਵਿੱਚ ਚਲੇ ਜਾਓ ਤੇ ਉਹਨਾਂ ਦੇ ਕੋਲ ਲੋਕ ਨੇ ਜਾਂ ਕਾਉਂਸਲਰ ਹੁੰਦੇ ਨੇ ਜਿਹੜੇ ਕਿ CBT ਜੋ ਹੈ ਉਹ ਕਰਦੇ ਨੇ। ਇਹਦੇ ਇਲਾਵਾ ਜੋ ਹੈ ਮੋਸਟ ਮੈਂਟਲ ਹੈਲਥ ਕਲੀਨਿਕਸ ਜੋ ਹੈ ਨਾ ਉਹਨਾਂ ਦੇ ਵਿੱਚ ਗਰੁੱਪਸ ਵੀ ਨੇ, ਜਿਸ ਤਰ੍ਹਾਂ ਐਂਗਜ਼ਾਇਟੀ ਤੇ ਵੀ ਗਰੁੱਪਸ ਹੈਗੇ ਨੇ, ਡਿਪਰੈਸ਼ਨ ਤੇ ਵੀ ਗਰੁੱਪ ਨੇ। ਮੈਂ ਖੁਦ ਬਨੇਪੀ ਹਸਪੀਟਲ ਵਿੱਚ ਕੰਮ ਕਰਦੀ ਹਾਂ ਤੇ ਸਾਡੇ ਬਹੁਤ ਐਂਗਜ਼ਾਇਟੀ ਤੇ ਡਿਪਰੈਸ਼ਨ ਉਹਦੇ ਵਿੱਚ ਗਰੁੱਪਸ ਰਨ ਕਰਦੇ ਨੇ ਔਰ ਇਹ ਗਰੁੱਪਸ ਜੋ ਹੈ ਨਾ ਯੂਜੂਅਲੀ ਬੇਸਡ ਹੁੰਦੇ ਨੇ CBT ਤੇ ਜੀ। ਕਿ ਔਰ CBT ਦੇ ਵਿੱਚ ਹੁੰਦਾ ਕੀ ਹੈ ਕਿ ਬੇਸਿਕਲੀ ਜੋ ਤੁਸੀਂ ਅਗਰ ਐਂਗਜ਼ਾਇਟੀ ਨੂੰ ਦੇਖੋ ਤੇ ਹੁੰਦਾ ਕੀ ਹੈ ਕਿ ਜਿਹੜੀ ਤੁਹਾਡੀ ਥਿੰਕਿੰਗ ਹੈ ਉਹ ਡਿਸਟੋਰਟਡ ਹੁੰਦੀ ਹੈ ਜੀ। ਤੇ ਸਭ ਤੋਂ ਪਹਿਲੇ ਜਿਹੜੇ ਥਾਟਸ ਨੇ ਤੁਹਾਡੇ ਉਹ ਐਗਜ਼ੈਜਰੇਟਡ ਹੁੰਦੇ ਨੇ। ਯਾਨੀ ਫॉर ਐਗਜ਼ਾਮਪਲ ਅਗਰ ਕਿਸੇ ਨੂੰ ਸੀਨੇ ਵਿੱਚ ਦਰਦ ਹੋ ਰਹੀ ਹੈ ਤੇ ਸੀਨੇ ਵਿੱਚ ਦਰਦ ਦੇ ਸੋ ਮੈਨੀ ਕਾਜ਼ਸ ਹੋ ਸਕਦੇ ਨੇ, ਮਸਲ ਪੁਲ ਹੋ ਗਿਆ ਜਾਂ ਕੋਈ ਬਹੁਤ ਹੀ ਕੋਈ ਮਾਈਲਡ ਚੀਜ਼ ਵੀ ਹੋ ਸਕਦੀ ਹੈ। ਲੇਕਿਨ ਜਿਹੜਾ ਬੰਦਾ ਜਿਹਨੂੰ ਐਂਗਜ਼ਾਇਟੀ ਹੋਏਗੀ ਨਾ ਡਿਸਆਰਡਰ, ਉਹ ਕਹੇਗਾ ਉਹ ਜੀ ਮੈਨੂੰ ਤੇ ਹਾਰਟ ਅਟੈਕ ਹੋ ਗਿਆ, ਹੁਣ ਮੈਂ ਮਰਨ ਲੱਗਿਆ। ਸੋ ਧਿਆਨ ਹੀ ਉਸ ਪਾਸੇ ਜਾਏਗਾ। ਹਾਂ, ਮਤਲਬ ਇਹ ਕਿ ਉਹਨਾਂ ਦਾ ਹਮੇਸ਼ਾ ਜੋ ਰਿਸਪੌਂਸ ਹੋਏਗਾ ਨਾ ਉਹ ਬਹੁਤ ਹੀ ਜ਼ਿਆਦਾ ਨਾ ਐਗਜ਼ੈਜਰੇਟਡ ਹੋਏਗਾ। ਓਕੇ, ਯਾਨੀ ਹਿਊਜ ਹੋਏਗਾ, ਜਿਹਨੂੰ ਅਸੀਂ ਕੈਟਾਸਟ੍ਰੋਫਾਈਜੇਸ਼ਨ ਕਹਿੰਦੇ ਆ ਜੀ। ਤੇ ਉਹ ਉਸ ਹਿਊਜ ਰਿਸਪੌਂਸ ਦੀ ਵਜ੍ਹਾ ਨਾਲ ਫਿਰ ਕੀ ਹੋਏਗਾ ਕਿ ਉਹਦੇ ਨਾਲ ਤੁਹਾਡਾ ਜੋ ਹੈ ਜਦੋਂ ਤੁਹਾਡੇ ਥਾਟਸ ਨੈਗੇਟਿਵ ਹੋਣਗੇ ਤੇ ਉਹਦੇ ਨਾਲ ਤੁਹਾਡਾ ਬਿਹੇਵੀਅਰ ਇਫੈਕਟ ਹੋਏਗਾ। ਠੀਕ ਹੈ ਨਾ। ਤੇ ਉਹ ਜਿਸ ਤਰ੍ਹਾਂ ਪ੍ਰੋਬਲਮ ਹੋਏਗੀ, ਸਾਂਸ ਵਿੱਚ ਪ੍ਰੋਬਲਮ ਹੋ ਰਹੀ ਹੈ, ਸਾਰਾ ਕੁਝ ਹੋ ਰਿਹਾ ਹੈ ਜਾਂ ਤੁਸੀਂ ਸਿਚੁਏਸ਼ਨਸ ਨੂੰ ਅਵੋਇਡ ਕਰ ਰਹੇ ਹੋ ਔਰ ਉਹਦੇ ਨਾਲ ਜੋ ਹੈ ਜਦੋਂ ਤੁਹਾਡਾ ਬਿਹੇਵੀਅਰ ਇਫੈਕਟ ਹੋਏਗਾ, ਯਾਨੀ ਪਹਿਲੇ ਤੇ ਫਸਟ ਆਫ ਆਲ ਤੇ ਤੁਹਾਡੇ ਥਾਟਸ ਇਫੈਕਟ ਹੋਣਗੇ, ਉਹਦੇ ਨਾਲ ਤੁਹਾਡੇ ਇਮੋਸ਼ਨਸ ਹੋਣਗੇ ਕਿ ਐਂਗਜ਼ਾਇਟੀ ਕ੍ਰੀਏਟ ਹੋਏਗੀ ਨੈਗੇਟਿਵ ਥਾਟਸ ਨਾਲ, ਤੇ ਜਦੋਂ ਐਂਗਜ਼ਾਇਟੀ ਕ੍ਰੀਏਟ ਹੋਏਗੀ ਉਹਦੇ ਨਾਲ ਤੁਹਾਡਾ ਫਿਰ ਬਿਹੇਵੀਅਰ ਇਫੈਕਟ ਹੋਏਗਾ। ਠੀਕ ਹੈ ਨਾ, ਕਿ ਤੁਸੀਂ ਅਵੋਇਡ ਕਰਨਾ ਸ਼ੁਰੂ ਕਰ ਦੋਗੇ ਸਿਚੁਏਸ਼ਨਸ ਨੂੰ ਔਰ ਵਟਐਵਰ। ਤੇ ਜਦੋਂ ਉਹ ਸਾਈਕੋਥੈਰੇਪੀ ਕਰ ਰਹੇ ਹੁੰਦੇ ਨੇ ਜਾਂ CBT ਕਰ ਰਹੇ ਹੁੰਦੇ ਨੇ, ਫਸਟ ਥਿੰਗ ਵਾਟ ਦੇ ਡੂ ਇਜ਼ ਦੇ ਕਰੈਕਟ ਯੂਰ ਥਾਟਸ। ਕਿ ਉਹ ਥਾਟਸ ਕਰੈਕਟ ਕਰਨ ਨਾਲ ਤੁਹਾਡੇ ਫਿਰ ਇਮੋਸ਼ਨਸ ਕਰੈਕਟ ਹੋਣਗੇ, ਉਹਦੇ ਨਾਲ ਫਿਰ ਤੁਹਾਡਾ ਬਿਹੇਵੀਅਰ ਵੀ ਕਰੈਕਟ ਹੋ ਜਾਏਗਾ। ਠੀਕ ਹੈ। ਤੇ ਬੇਸਿਕ ਮੈਂ ਬਹੁਤ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਬਤਾ ਰਹੀ ਹਾਂ ਕਿ ਉੱਥੇ ਕਰਦੇ ਕੀ ਨੇ। ਓਕੇ। ਤੇ ਉਹਦੇ ਨਾਲ ਲੇਕਿਨ ਸੈਕਿੰਡ ਜੋ ਟ੍ਰੀਟਮੈਂਟ ਹੈ ਉਹ ਮੈਡੀਕੇਸ਼ਨਸ ਨੇ। ਵੇਰੀਅਸ ਕਾਈਂਡ ਆਫ ਮੈਡੀਕੇਸ਼ਨਸ ਆਰ ਅਵੇਲੇਬਲ। ਐਂਟੀ ਡਿਪਰੈਸੈਂਟਸ ਜਿਹੜੀਆਂ ਨੇ ਉਹ ਬਹੁਤ ਐਂਟੀ ਐਂਗਜ਼ਾਇਟੀ ਤੇ ਐਂਟੀ ਡਿਪਰੈਸੈਂਟਸ ਹੁੰਦੀਆਂ ਨੇ ਜੀ। ਤੇ ਮੋਸਟਲੀ ਜਿਹੜੀ ਅਸੀਂ ਯੂਜ਼ ਕਰਦੇ ਹਾਂ ਮੈਡੀਕੇਸ਼ਨਸ, ਉਹਨਾਂ ਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਵਗੈਰਾ ਵੀ ਨਹੀਂ ਹੁੰਦੇ ਤੇ ਬੜੀ ਸੇਫ ਮੈਡੀਕੇਸ਼ਨਸ ਨੇ। ਮਤਲਬ ਉਹਨਾਂ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੇ ਕਿ ਤੁਹਾਨੂੰ ਬਹੁਤ ਜ਼ਿਆਦਾ ਸਵੇਰ ਸਾਈਡ ਇਫੈਕਟਸ ਹੋ ਰਹੇ ਨੇ। ਔਰ ਅਗਰ ਤੁਹਾਨੂੰ ਸਾਈਡ ਇਫੈਕਟਸ ਹੋ ਵੀ ਰਹੇ ਨੇ ਤੇ ਉਹਦੇ ਨਾਲ ਇਹ ਹੈ ਕਿ ਇੱਕ ਮੈਡੀਕੇਸ਼ਨ, ਸਾਡੇ ਕੋਲ ਕੋਈ ਟੈਸਟ ਨਹੀਂ ਹੈਗਾ ਜਿਹਦੇ ਨਾਲ ਅਸੀਂ ਬਤਾ ਸਕੀਏ ਕਿ ਇਹ ਮੈਡੀਕੇਸ਼ਨ ਤੁਹਾਡੇ ਨਾਲ ਕੰਮ ਕਰੇਗੀ ਜਾਂ ਇਹਦੇ ਸਾਈਡ ਇਫੈਕਟਸ ਹੋਣਗੇ ਜਾਂ ਨਹੀਂ ਹੋਣਗੇ। ਉਹ ਤੁਹਾਨੂੰ ਟਰਾਈ ਕਰਕੇ ਦੇਖਣਾ ਪਏਗਾ
ਕਿ ਜਿਹੜੀ ਵੀ ਮੈਡੀਕੇਸ਼ਨ ਤੁਸੀਂ ਯੂਜ਼ ਕਰੋਗੇ ਉਹਨੂੰ ਟਰਾਈ ਕਰਕੇ ਦੇਖੋਗੇ, ਉਹ ਤੁਹਾਡੇ ਵਾਸਤੇ ਕੰਮ ਕਰਦੀ ਹੈ ਤੇ ਠੀਕ ਹੈ, ਅਗਰ ਨਹੀਂ ਕੰਮ ਕਰਦੀ ਤੇ ਉਹਨੂੰ ਚੇਂਜ ਕਰਿਆ ਜਾ ਸਕਦਾ ਹੈ ਜੀ। ਦੂਸਰੀ ਗੱਲ ਇਹ ਹੈ ਕਿ ਜੋ ਵੀ ਤੁਸੀਂ ਮੈਡੀਕੇਸ਼ਨ ਲਓਗੇ ਉਹਨੂੰ ਤੁਹਾਨੂੰ ਜ਼ਰਾ ਥੋੜਾ ਲੌਂਗ ਪੀਰੀਅਡ ਆਫ ਟਾਈਮ ਵਾਸਤੇ ਲੈਣਾ ਪਏਗਾ, ਕਿਉਂਕਿ ਐਂਗਜ਼ਾਇਟੀ ਡਿਸਆਰਡਰਸ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਵੀ ਤੁਸੀਂ ਇੱਕ ਦਫਾ ਮਹੀਨੇ ਵਾਸਤੇ ਦਵਾਈ ਲੈ ਲਈ ਤੇ ਖਤਮ ਹੋ ਗਏ। ਕਿਉਰ ਨਹੀਂ ਹੈ ਸਾਡੇ ਕੋਲ, ਸਾਡੇ ਸਿਰਫ ਕੰਟਰੋਲ ਕਰ ਸਕਦੇ ਹਾਂ ਸਿੰਪਟਮਸ ਨੂੰ ਮੈਡੀਕੇਸ਼ਨ ਦੇ ਨਾਲ। ਤੇ ਜਦੋਂ ਤੁਸੀਂ ਮੈਡੀਕੇਸ਼ਨ ਯੂਜ਼ ਕਰੋਗੇ ਸਿੰਪਟਮਸ ਕੰਟਰੋਲ ਹੋ ਜਾਣਗੇ, ਲੇਕਿਨ ਜਦੋਂ ਬੰਦ ਕਰੋਗੇ ਤਾਂ ਸਿੰਪਟਮਸ ਵਾਪਸ ਆ ਜਾਣਗੇ। ਜੀ ਡਾਕਟਰ ਰਾਣਾ, ਇਹੀ ਮੈਂ ਤੁਹਾਡੇ ਤੋਂ ਅਗਲਾ ਸਵਾਲ ਜਿਹੜਾ ਸੀ ਮੇਰਾ ਇਹੀ ਸੀ ਕਿ ਦਵਾਈ ਜਿਹੜੀ ਆਪਾਂ ਲੈਣੀ ਸ਼ੁਰੂ ਕਰ ਦਿੱਤੀ ਐਂਜ਼ਾਇਟੀ ਦੀ, ਫਿਰ ਉਹ ਲਾਈਫ ਟਾਈਮ ਲੈਣੀ ਪਏਗੀ? ਇਹ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿਸ ਕਿਸਮ ਦੀ ਪ੍ਰੋਬਲਮ ਹੈਗੀ ਹੈ ਜੀ, ਰਾਈਟ। ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਜਿਸ ਤਰ੍ਹਾਂ ਪੈਨਿਕ ਅਟੈਕਸ ਨੇ ਜਾਂ ਇਸ ਤਰ੍ਹਾਂ ਦੀ ਪੈਨਿਕ ਅਟੈਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਜਾ ਕੇ ਤੁਸੀਂ CBT ਦੇ ਨਾਲ ਉਹਨੂੰ ਕੰਟਰੋਲ ਕਰ ਸਕਦੇ ਹੋ, ਜਾਂ ਤੁਸੀਂ ਗਰੁੱਪਸ ਵਗੈਰਾ ਅਟੈਂਡ ਕਰੋ ਤੇ ਉਹਦੇ ਨਾਲ ਉਹ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰੇਗੀ ਤੇ ਉਹਦੀ ਵਜ੍ਹਾ ਨਾਲ ਫਿਰ ਤੁਸੀਂ ਦਵਾਈ ਨੂੰ ਬੰਦ ਕਰ ਸਕਦੇ ਹੋ। ਠੀਕ ਹੈ, ਅਗਰ ਤੁਸੀਂ ਇਸ ਤਰ੍ਹਾਂ ਦੇ ਸਕਿੱਲਸ ਲਰਨ ਕਰ ਲਓ ਖੁਦ ਕਿ ਮੈਂ ਇਹਨਾਂ ਨੂੰ ਡੀਲ ਕਿਸ ਤਰ੍ਹਾਂ ਕਰਨਾ ਹੈ ਇਹਦੇ ਨਾਲ, ਤੇ ਫਿਰ ਤੁਸੀਂ ਆਹਿਸਤਾ ਦਵਾਈ ਨੂੰ ਬੰਦ ਕਰ ਸਕਦੇ ਹੋ। ਲੇਕਿਨ ਜਿਸ ਤਰ੍ਹਾਂ ਕਿਸੇ ਨੂੰ ਅਗਰ ਜਨਰਲਾਈਜ਼ ਐਂਗਜ਼ਾਇਟੀ ਡਿਸਆਰਡਰ ਹੈ ਔਰ ਸਾਰੀ ਜ਼ਿੰਦਗੀ ਤੋਂ ਹੈ ਤੇ ਉਹਦੇ ਵਿੱਚ ਫਿਰ ਜ਼ਰਾ ਦਵਾਈ ਨੂੰ ਬੰਦ ਕਰਨਾ ਜੋ ਹੈ ਨਾ ਮੁਸ਼ਕਿਲ ਹੋ ਜਾਂਦਾ ਹੈ। ਜੀ। ਅੱਛਾ ਡਾਕਟਰ ਰਾਣਾ, ਤੁਸੀਂ ਗੱਲ ਕੀਤੀ ਕਿ ਕਈ ਵਾਰੀ ਇੰਨੀ ਆਪਾਂ ਓਵਰ ਥਿੰਕਿੰਗ ਕਰਨ ਲੱਗ ਜਾਂਦੇ ਹਾਂ, ਕੋਈ ਵੀ ਥਾਟ ਆਇਆ ਉਹਨੂੰ ਬੜਾ ਵੱਡਾ ਕ੍ਰੀਏਟ ਕਰ ਲੈਂਦੇ ਹਾਂ ਆਪਣੇ ਆਪ ਜੀ। ਸੋ ਥੈਰੇਪੀਜ਼ ਵੀ ਅਵੇਲੇਬਲ ਨੇ, ਟ੍ਰੀਟਮੈਂਟ ਵੀ ਅਵੇਲੇਬਲ ਹੈ, ਲੇਕਿਨ ਜੇ ਆਪਾਂ ਸੈਲਫ ਕੇਅਰ ਦੀ ਗੱਲ ਕਰਦੇ ਹਾਂ, ਜੇ ਹੁਣ ਇਸ ਤਰ੍ਹਾਂ ਕੋਈ ਬੰਦਾ ਹੈ ਜਿਹਨੂੰ ਕੰਮ ਦੇ ਉੱਤੇ ਘਰ ਦੇ ਵਿੱਚ ਚਿੰਤਾ ਦੇ ਵਿੱਚ ਹੀ ਜਕੜਿਆ ਰਹਿੰਦਾ, ਉਹ ਬੰਦਾ ਓਵਰ ਥਿੰਕਿੰਗ ਕਰ ਰਿਹਾ, ਛੋਟੀ ਜਿਹੀ ਗੱਲ ਨੂੰ ਬਹੁਤ ਵੱਡਾ ਬਣਾ ਲਿਆ, ਕੋਈ ਸੈਲਫ ਕੇਅਰ ਵਾਸਤੇ ਵੀ ਕੁਝ ਟਿਪਸ ਹੈਗੀਆਂ ਜਿਹੜੀਆਂ ਤੁਸੀਂ ਦੇ ਸਕਦੇ ਹੋ ਕਿ ਨਾ ਹੋਵੇ ਉਹ ਐਂਜ਼ਾਇਟੀ ਪੈਨਿਕ ਅਟੈਕ ਆਵੇ ਹੀ ਨਾ? ਨਹੀਂ ਦੇਖੋ, ਖੈਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਕਿਹਾ ਹੈ ਕਿ ਪੈਨਿਕ ਡਿਸਆਰਡਰ ਤੇ ਇੱਕ ਇਲਨੈਸ ਹੈ ਜੀ। ਅਗਰ ਤੁਸੀਂ ਦੇਖੋ ਤੇ ਬ੍ਰੇਨ ਦੇ ਵਿੱਚ ਜਿਹੜੇ ਨੇ ਕੁਝ ਕੈਮੀਕਲਸ ਨੇ ਜੋ ਕਿ ਪ੍ਰੋਪਰਲੀ ਕੰਮ ਨਹੀਂ ਕਰਦੇ, ਜਿਨ੍ਹਾਂ ਦੀ ਨਾਲ ਜੋ ਹੈ ਕੀ ਕਹਿੰਦੇ ਨੇ ਪੈਨਿਕ ਅਟੈਕਸ ਹੁੰਦੇ ਨੇ, ਐਂਗਜ਼ਾਇਟੀ ਹੁੰਦੀ ਹੈ। ਇੱਕ ਪਾਰਟ ਆਫ ਦਾ ਬ੍ਰੇਨ ਹੈ ਜਿਹਨੂੰ ਅਸੀਂ ਅਮੈਗਡਲਾ ਕਹਿੰਦੇ ਹਾਂ, ਉਹ ਹਾਈਪਰ ਰਿਸਪੌਂਸਿਵ ਹੁੰਦਾ ਹੈ ਜਾਂ ਹਾਈਪਰ ਸੈਂਸਿਟਿਵ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਹੁੰਦੇ ਨੇ। ਠੀਕ ਹੈ, ਤੇ ਉਹ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਕਿ ਤੁਸੀਂ ਇਹ ਕਹੋ ਕਿ ਬਈ ਮੈਂ ਇਹ ਕਰਾਂਗੇ ਤੇ ਪੈਨਿਕ ਅਟੈਕਸ ਹੋਣਗੇ। ਜਿਨ੍ਹਾਂ ਦੇ ਵਿੱਚ ਜੈਨੇਟਿਕ ਵਲਨਰੇਬਿਲਿਟੀ ਹੈ ਜਾਂ ਜਿਨ੍ਹਾਂ ਨੂੰ ਪ੍ਰੋਬਲਮ ਹੈਗਾ ਹੈ ਉਹਨਾਂ ਨੂੰ ਫਿਰ ਵੀ ਪੈਨਿਕ ਅਟੈਕ ਹੋ ਸਕਦੇ ਜੀ, ਰਾਈਟ। ਲੇਕਿਨ ਇਹ ਜ਼ਰੂਰ ਹੈ ਕਿ ਅਗਰ ਤੁਸੀਂ ਲਾਈਫ ਸਟਾਈਲ ਆਪਣਾ ਥੋੜਾ ਹੈਲਥੀ ਕਰ ਲਓ ਤੇ ਉਹਦੇ ਨਾਲ ਤੁਸੀਂ ਮੋਸਟ ਲਾਈਕਲੀ ਆਪਣੀ ਐਂਗਜ਼ਾਇਟੀ ਨੂੰ ਬੈਟਰ ਕੰਟਰੋਲ ਕਰ ਸਕਦੇ ਹੋ ਤੇ ਉਹ ਜਨਰਲੀ ਤੁਹਾਡੇ ਵਾਸਤੇ ਹੈਲਪਫੁਲ ਹੋਏਗਾ। ਫੋਰ ਐਗਜ਼ਾਮਪਲ ਸਟ੍ਰੈਸ ਮੈਨੇਜਮੈਂਟ ਜਿਹੜੀ ਹੈਗੀ ਹੈ, ਮਤਲਬ ਅਗਰ ਤੁਸੀਂ ਆਪਣੇ ਮੈਨੇਜ ਕਰ ਰਹੇ ਹੋ ਸਟ੍ਰੈਸ ਨੂੰ ਬੈਟਰ, ਤਾਂ ਓਬਵੀਅਸਲੀ ਉਹਦੇ ਨਾਲ ਤੁਹਾਨੂੰ ਹੈਲਪ ਹੋਏਗੀ ਕਿ ਬਈ ਐਂਗਜ਼ਾਇਟੀ ਜੋ ਹੈ ਉਹ ਤੁਹਾਨੂੰ ਕੰਮ ਹੋਏ, ਰਾਈਟ ਜੀ। ਉਹਦੇ ਨਾਲ ਇਹਦੇ ਇਲਾਵਾ ਜਿਸ ਤਰ੍ਹਾਂ ਯੋਗਾ ਹੈ, ਐਕਸਰਸਾਈਜ਼ ਕਰਨਾ, ਐਕਸਰਸਾਈਜ਼ ਇਜ਼ ਅ ਵੈਰੀ ਗੁੱਡ ਟ੍ਰੀਟਮੈਂਟ ਫॉर ਐਂਗਜ਼ਾਇਟੀ ਐਕਚੁਅਲੀ। ਇਤਨੀ ਹੀ ਇਫੈਕਟਿਵ ਹੈ ਜਿਤਨੀ ਕਿ ਮੈਡੀਕੇਸ਼ਨਸ ਇਫੈਕਟਿਵ ਨੇ। ਓਕੇ, ਹਾਂਜੀ। ਸੋ ਇਹ ਜ਼ਰੂਰੀ ਹੈ, ਮਤਲਬ ਜਿਸ ਤਰ੍ਹਾਂ ਮੈਂ ਹੁਣ ਸਾਡੇ ਲੋਕਾਂ ਦੇ ਵਿੱਚ ਯੋਗਾ ਵਗੈਰਾ ਕਾਫੀ ਕਰਦੇ ਨੇ, ਮੈਡੀਟੇਸ਼ਨ ਹੈ, ਯੋਗਾ ਹੈ, ਤੇ ਕੀ ਕਹਿੰਦੇ ਨੇ ਰਿਲੈਕਸੇਸ਼ਨ ਜੋ ਹੈ ਟੈਕਨੀਕਸ ਯੂਜ਼ ਕਰਨਾ, ਡੀਪ ਬਰੀਥਿੰਗ ਵਗੈਰਾ। ਇਹਦੇ ਜਦੋਂ ਕੋਈ ਜਾ ਕੇ ਅਟੈਂਡ ਕਰੇਗਾ ਨਾ ਗਰੁੱਪਸ ਵਗੈਰਾ ਮੈਂਟਲ ਹੈਲਥ ਕਲਿਨਿਕ ਵਿੱਚ, ਤੇ ਇਹ ਤੁਹਾਨੂੰ ਸਾਰੀਆਂ ਟੈਕਨੀਕਸ ਸਿਖਾਉਂਦੇ ਨੇ ਉੱਥੇ ਜੀ ਕਿ ਤੁਸੀਂ ਮੈਨੇਜ ਜੋ ਹੈ ਆਪਣਾ ਸਟ੍ਰੈਸ कैसे करना है। एक तो ये है। इसके अलावा जो है जिस मैं पहले क्या कि फिजिकली एक्टिव होना, कि एक्सरसाइज जो है इट इज अ ट्रीटमेंट फॉर एक्चुअली डिप्रेशन एंड एंगजाइटी बोथ। ते जरूरी होता है कि हफ्ते में कम से कम जो है ना 3 ਤੋਂ 4 दफा ਤੁਸੀਂ ਮਿਨੀਮਮ ਹਾਫ ਐਨ ਆਵਰ ਵਾਸਤੇ ਜੋ ਹੈ ਨਾ ਤੁਸੀਂ ਵਾਕ ਵਾਸਤੇ ਚਲੇ ਜਾਓ ਜਾਂ ਹੋਰ ਕਿਸੇ ਕਿਸਮ ਦੀ ਐਕਸਰਸਾਈਜ਼ ਕਰ ਲਓ ਜੀ। ਇਹਦੇ ਇਲਾਵਾ ਐਲਕੋਹਲ ਨੂੰ ਤੇ ਡਰੱਗਸ ਜਿਹੜੇ ਨੇ ਜੋ ਕਿ ਕਾਜ਼ ਕਰ ਸਕਦੀਆਂ ਨੇ ਐਂਗਜ਼ਾਇਟੀ ਨੂੰ, ਉਹਨੂੰ ਅਵੋਇਡ ਕਰੋ ਤੁਸੀਂ ਜੀ, ਰਾਈਟ ਨਾ। ਐਲਕੋਹਲ ਯੂਜ਼ ਸਾਡੇ ਦੇ ਅਗੇਨ ਕਮਿਊਨਿਟੀ ਵਿੱਚ ਲੋਕ ਜਿਹੜੇ ਨੇ ਐਲਕੋਹਲ ਵਗੈਰਾ ਕਾਫੀ ਪੀਂਦੇ ਨੇ, ਤੇ ਡਰੱਗਸ ਵਗੈਰਾ ਵੀ ਸਾਡੇ ਬੱਚਿਆਂ ਵਿੱਚ ਬੜੀ ਕਾਮਨ ਨੇ, ਤੇ ਉਹਨਾਂ ਨੂੰ ਅਵੋਇਡ ਕਰੋ। ਇਸ ਦੇ ਇਲਾਵਾ ਜੋ ਹੈ ਸਲੀਪ ਜੋ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ। ਅਗਰ ਤੁਸੀਂ ਪ੍ਰੋਪਰਲੀ ਨਾ ਸੋ ਰਾਤ ਦੇ ਵਕਤ ਤੇ ਉਹਦੇ ਨਾਲ ਬਹੁਤ ਐਂਗਜ਼ਾਇਟੀ ਐਂਡ ਡਿਪਰੈਸ਼ਨ ਹੋ ਸਕਦਾ ਹੈ। ਤੇ ਜ਼ਰੂਰੀ ਹੈ ਕਿ 7 ਤੋਂ 8 ਘੰਟੇ ਜੋ ਹੈ ਤੁਸੀਂ ਰੋਜ਼ਾਨਾ ਰਾਤ ਨੂੰ ਸੋ ਜੀ। ਹੈਲਥੀ ਫੂਡ ਖਾਣਾ ਜੀ ਪ੍ਰੋਪਰ, ਇਹ ਬਹੁਤ ਜ਼ਿਆਦਾ ਜੋ ਹੈ ਇੰਪੋਰਟੈਂਟ ਹੈ। ਕੈਫੀਨ, ਨਿਕੋਟੀਨ, ਇਹ ਸਾਰੇ ਨੇ ਇਹ ਵੀ ਕਾਜ਼ ਕਰਦੇ ਨੇ ਐਂਗਜ਼ਾਇਟੀ। ਚਾਹ ਸ਼ਾਪ ਥੋੜੀ ਪੀਓ, ਕਾਫੀ ਜਿਹੜੀ ਹੈ ਥੋੜੀ ਪੀਓ। ਇਹ ਸਾਰੀ ਚੀਜ਼ਾਂ ਨੇ ਜਿਹਨਾਂ ਲਾਈਫ ਸਟਾਈਲ ਚੇਂਜਿਸ ਵਿੱਚ ਜੋ ਹੈ ਨਾ ਇਹ ਵੈਰੀ ਹੈਲਪਫੁਲ ਨੇ ਜੀ। ਸੋ ਕੁਝ ਥੈਰੇਪੀ ਸੈਸ਼ਨਸ ਬਾਰੇ ਸਾਡੇ ਲਿਸਨਰਸ ਨੂੰ ਜਾਣਕਾਰੀ ਦਿਓ ਕਿ ਕੀ ਹੁੰਦਾ ਥੈਰੇਪੀ ਸੈਸ਼ਨਸ ਦੇ ਵਿੱਚ। ਬੇਸਿਕਲੀ ਜੋ ਹੈ ਨਾ ਮੈਂ ਇਹਨਾਂ ਨੂੰ ਸੁਜੈਸਟ ਕਰਾਂਗੀ ਕਿ ਜੋ ਵੀ ਜਾਣਾ ਚਾਹੇ ਮੈਂਟਲ ਹੈਲਥ ਕਲੀਨਿਕ ਨੂੰ, ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਫੋਨ ਕਰਨ। ਹਰ ਏਰੀਆ ਵਿੱਚ ਸਰੀ ਦਾ ਆਪਣਾ ਮੈਂਟਲ ਹੈਲਥ ਕਲੀਨਿਕ ਹੈ, ਬਨਵੀ ਦਾ ਆਪਣਾ ਹੈ, ਹਰ ਜਗ੍ਹਾ ਇੱਕ ਮੈਂਟਲ ਹੈਲਥ ਕਲੀਨਿਕ ਮੌਜੂਦ ਹੈ।
ਤੇ ਯੂਜੂਅਲੀ ਮੈਂ ਦੋ ਤਰ੍ਹਾਂ ਦੀ ਹੁੰਦੀ ਹੈ ਕਿ ਇੱਕ ਤੇ ਕਿ ਕਾਉਂਸਲਰ ਉੱਥੇ ਮੌਜੂਦ ਹੁੰਦੇ ਨੇ ਜਿਹੜੇ ਇੰਡੀਵਿਜੂਅਲ ਥੈਰੇਪੀ ਕਰਦੇ ਨੇ, ਮਤਲਬ ਇਹ ਕਿ 1 to 1 ਜੀ। ਤੇ ਪਹਿਲੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ ਕਿ CBT ਵਗੈਰਾ ਜੋ ਹੈ ਉਹਦੇ ਬੇਸ ਥੈਰੇਪੀ ਹੁੰਦੀ ਉਹ ਹੁੰਦੀ ਹੈ। ਲੇਕਿਨ ਦੂਸਰਾ ਮੈਂ ਕਹਾਂਗੀ ਕਿ ਜਿਹੜੇ ਐਂਗਜ਼ਾਇਟੀ ਗਰੁੱਪਸ ਨੇ ਨਾ ਉਹ ਬੜੇ ਇੰਪੋਰਟੈਂਟ ਨੇ ਜੀ, ਕਿਉਂਕਿ ਉਹਦੇ ਵਿੱਚ ਇਹ ਹੁੰਦਾ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੇਰੇ ਪੇਸ਼ੈਂਟਸ ਨੇ, ਜਦੋਂ ਉਹਨਾਂ ਨੂੰ ਵਿਚਾਰਿਆਂ ਨੂੰ ਪੈਨਿਕ ਅਟੈਕਸ ਹੁੰਦੇ ਨੇ ਜਾਂ ਐਂਗਜ਼ਾਇਟੀ ਹੁੰਦੀ ਹੈ, ਉਹ ਸਮਝਦੇ ਨੇ ਕਿ ਬਸ ਉਹਨਾਂ ਨੂੰ ਹੀ ਹੈਗੀ ਹੈ। ਓਕੇ। ਤੇ ਉਹ ਸਮਝਦੇ ਨੇ ਕਿ ਕੋਈ ਮਤਲਬ ਇਹ ਕਿ ਉਹਨਾਂ ਵਾਸਤੇ ਉਹਨਾਂ ਨੂੰ ਡਿਸਕੰਫਰਟ ਹੁੰਦਾ ਹੈ, ਉਹਦੇ ਨਾਲ ਸਟਿਗਮਾ ਵੀ ਅਟੈਚਡ ਹੁੰਦਾ ਹੈ ਕਿ ਉਹ ਜੀ ਮੈਨੂੰ ਕੋਈ ਪ੍ਰੋਬਲਮ ਹੈਗਾ, ਬਸ ਬਾਕੀ ਤੇ ਸਾਰੀ ਦੁਨੀਆ ਨੋਰਮਲ ਹੈ ਜੀ, ਰਾਈਟ। ਤੇ ਜਦੋਂ ਜਾ ਕੇ ਸਪੋਰਟ ਗਰੁੱਪਸ ਅਟੈਂਡ ਕਰਦੇ ਨੇ ਜਾਂ ਤੇ ਉਹਦੇ ਵਿੱਚ ਇਹ ਹੁੰਦਾ ਕਿ ਦੇਖਦੇ ਨੇ ਕਿ ਦੂਸਰੇ ਲੋਕਾਂ ਨੂੰ ਵੀ ਇਹ ਪ੍ਰੋਬਲਮ ਨੇ, ਤੇ ਉਹਦੇ ਨਾਲ ਆਪਸ ਵਿੱਚ ਡਿਸਕਸ਼ਨ ਹੁੰਦੀ ਹੈ, ਇੱਕ ਦੂਸਰੇ ਦੇ ਨਾਲ ਮਤਲਬ ਸਪੋਰਟ ਇੱਕ ਦੂਸਰੇ ਨੂੰ ਪ੍ਰੋਵਾਈਡ ਕਰਦੇ ਨੇ ਉਸ ਤਰੀਕੇ ਨਾਲ। ਤੇ ਔਰ ਇਹ ਜਿਹੜੇ ਯੂਜੂਅਲੀ ਜਿਹੜੇ ਗਰੁੱਪਸ ਹੁੰਦੇ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ, ਉਹਦੇ ਵਿੱਚ ਯੂਜੂਅਲੀ ਥੈਰੇਪਿਸਟ ਹੁੰਦਾ ਹੈ ਜੋ ਕਿ ਫਿਰ ਉਹਨਾਂ ਨੂੰ ਬਤਾਉਂਦਾ ਹੈ ਕਿ ਐਂਗਜ਼ਾਇਟੀ ਡਿਸਆਰਡਰ ਨੇ ਉਹ ਕੀ ਨੇ, ਕੀ ਚੀਜ਼ਾਂ ਤੁਹਾਨੂੰ ਹੈਲਪ ਕਰਨਗੀਆਂ, ਤੇ ਉਹ ਪੂਰੀ ਜਨਾ ਉਹਦੇ ਉੱਤੇ ਡਿਸਕਸ਼ਨ ਹੁੰਦੀ ਹੈ ਜੋ ਕਿ ਵਿਚ ਇਜ਼ ਵੈਰੀ ਇੰਪੋਰਟੈਂਟ ਕਿ ਤੁਹਾਨੂੰ ਇਹ ਰੀਅਲਾਈਜ਼ ਕਰਨਾ ਕਿ ਵੀ ਇਹ ਫॉर एग्जांपल ਪੈਨਿਕ ਅਟੈਕਸ ਨੇ, ਤੁਸੀਂ ਇਹ ਸਮਝੋਗੇ ਜੀ ਕਿ ਮੈਨੂੰ ਹਾਰਟ ਅਟੈਕ ਹੋ ਜਾਣਾ ਹੈ ਜਾਂ ਮੈਂ ਮਰ ਜਾਣਾ ਹੈ, ਬੜੀ ਸਕੇਰੀ ਫੀਲਿੰਗ ਹੈ। ਜਦੋਂ ਤੁਹਾਨੂੰ ਇਹ ਪਤਾ ਚੱਲੇ ਜੀ ਕਿ ਇਹ ਤਾਂ ਕੁਝ ਵੀ ਨਹੀਂ ਹੈ, ਇਹਦੇ ਨਾਲ ਕੁਝ ਨਹੀਂ ਹੁੰਦਾ, ਕੋਈ ਬੰਦਾ ਨਹੀਂ ਮਰਿਆ ਅੱਜ ਤੱਕ ਪੈਨਿਕ ਅਟੈਕ ਨਾਲ, ਕੋਈ ਨਹੀਂ ਮਰਦਾ ਜੀ, ਰਾਈਟ। ਕਿ ਇੱਕ ਐਂਗਜ਼ਾਇਟੀ ਰਿਸਪੌਂਸ ਹੈਗਾ ਕਿ ਜਦੋਂ ਮੈਂ ਅੰਡਰ ਸਟ੍ਰੈਸ ਹੈ ਜਾਂ ਵੈਸੇ ਮੈਨੂੰ ਚਲੋ ਮੈਡੀਕਲ ਰੀਜ਼ਨ ਹੈ ਜਾਂ ਕੋਈ ਵੀ ਰੀਜ਼ਨ ਹੈ ਉਹਦੇ ਨਾਲ ਮੈਨੂੰ ਪੈਨਿਕ ਅਟੈਕ ਹੋ ਰਿਹਾ, ਲੇਕਿਨ ਪੈਨਿਕ ਅਟੈਕ ਦੇ ਨਾਲ ਮੈਂ ਮਰਨਾ ਕੋਈ ਨਹੀਂ, ਕੁਝ ਨਹੀਂ ਹੋਣਾ ਮੈਨੂੰ। ਓਕੇ। ਸੋ ਇਟਸ ਅ ਵੈਰੀ ਬੜਾ ਰਿਲੀਫ ਹੁੰਦਾ ਉਸ ਬੰਦੇ ਨੂੰ ਜਦੋਂ ਇਹ ਪਤਾ ਚੱਲੇ ਕਿ ਕੋਈ ਸੀਰੀਅਸ ਨਹੀਂ ਹੈਗਾ, ਕਿ ਇੰਨਾ ਸੀਰੀਅਸ ਨਹੀਂ ਹੈਗਾ ਕਿ ਮੈਨੂੰ ਇਤਨਾ ਪਰੇਸ਼ਾਨ ਹਾਲ ਹੋਣ ਦੀ ਜ਼ਰੂਰਤ ਨਹੀਂ ਹੈਗੀ। ਮੈਂ ਤੇ ਬਲਕਿ ਆਪਣੇ ਪੇਸ਼ੈਂਟ ਜਿਹੜੇ ਨੇ ਜਦੋਂ ਉਹਨਾਂ ਨੂੰ ਪੈਨਿਕ ਅਟੈਕਸ ਵਗੈਰਾ ਹੋ ਰਹੇ ਹੋਣ ਤੇ ਮੈਂ ਉਹਨਾਂ ਨੂੰ ਇਹ ਕਹਿੰਦੀ ਹਾਂ ਕਿ ਉਹਨਾਂ ਨੂੰ ਫਾਈਟ ਨਾ ਕਰੋ, ਲੈਟ ਇਟ ਬੀ ਕਿ ਹਾਂ ਜੀ ਬਈ ਮੈਨੂੰ ਪੈਨਿਕ ਅਟੈਕ ਹੋ ਰਿਹਾ, ਲੈਟ ਦੈਮ ਪਾਸ, ਰਾਈਟ। ਕਿ ਜਿੰਨਾ ਤੁਸੀਂ ਫਾਈਟ ਕਰੋਗੇ ਉਤਨੀ ਜ਼ਿਆਦਾ ਤੁਹਾਨੂੰ ਐਂਗਜ਼ਾਇਟੀ ਹੋਏਗੀ, ਉਤਨਾ ਜ਼ਿਆਦਾ ਜੋ ਹੈ ਨਾ ਸਿੰਪਟਮਸ ਜੋ ਹੈ ਨਾ ਉਹ ਸਵੇਰ ਹੋ ਜਾਣਗੇ ਫਿਰ। ਤੇ ਅਗਰ ਤੁਸੀਂ ਉਹਨੂੰ ਇਸ ਤਰ੍ਹਾਂ ਲਓ ਕਿ ਹਾਂ ਜੀ ਮੈਨੂੰ ਐਂਗਜ਼ਾਇਟੀ ਅਟੈਕ ਹੋ ਰਿਹਾ, ਉੱਥੇ ਬੈਠ ਜਾਓ, ਲੈਟ ਇਟ ਪਾਸ, ਦੂਸਰੀ ਠੰਡਾ ਪਾਣੀ ਪੀ ਲਓ, ਵਾਕ ਕਰ ਲਓ, ਆਪਣੇ ਆਪ ਨੂੰ ਡਿਸਟਰੈਕਟ ਕਰ ਲਓ, ਟੈਲੀਵਿਜ਼ਨ ਦੇਖਣ ਲੱਗ ਜਾਓ, ਕਿਸੇ ਦੇ ਨਾਲ ਗੱਲ ਕਰਨ ਲੱਗ ਜਾਓ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਹੈਲਪ ਕਰਨਗੀਆਂ ਐਂਗਜ਼ਾਇਟੀ ਨਾਲ ਡੀਲ ਕਰਨ ਨਾਲ, ਕਿ ਤੁਸੀਂ ਰੀਫੋਕਸ ਕਰ ਲਓ ਜੀ। ਡਾਕਟਰ ਰਾਣਾ, ਅਖੀਰ ਤੇ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? बस मैं आपसे तो ये कहना चाहूंगी कि भाई अगर थानू इस तरह का कोई इशू है, थानू लग रहा है कि थानू एंग्जाइटी प्रॉब्लम है, तो गो एंड सी योर डॉक्टर, अपने फैमिली फिजिशियन को जाओ। थोड़ा फैमिली फिजिशियन जो है अगे थानू किसी साइकाइट्रिस्ट ਨੂੰ ਵੀ ਭੇਜ ਸਕਦਾ ਹੈ, ਤੇ ਤੁਹਾਨੂੰ ਮੈਂਟਲ ਹੈਲਥ ਜਿਹੜੇ ਕਲੀਨਿਕਸ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਰੈਫਰ ਕਰ ਸਕਦਾ ਹੈ। ਸਫਰ ਕਰਨੇ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਬਹੁਤ ਸਾਰੇ ਐਂਗਜ਼ਾਇਟੀ ਡਿਸਆਰਡਰਸ ਨਾਲ ਤੁਹਾਡੀ ਲਾਈਫ ਇਫੈਕਟ ਹੁੰਦੀ ਹੈ, ਤੇ ਜਿਸ ਤਰ੍ਹਾਂ ਤੁਸੀਂ ਸਕੂਲ ਪਰਫਾਰਮੈਂਸ ਇਫੈਕਟ ਹੋ ਰਹੀ ਹੈ, ਤੁਹਾਡਾ ਕੰਮ ਇਫੈਕਟ ਹੋ ਰਿਹਾ ਹੈ, ਤੁਹਾਡੇ ਰਿਲੇਸ਼ਨਸ਼ਿਪ ਲੋਕਾਂ ਦੇ ਨਾਲ ਇਫੈਕਟ ਹੋ ਰਹੇ ਨੇ, ਤੇ ਆਪਣੇ ਆਪ ਨੂੰ ਇਤਨੀ ਜ਼ਿਆਦਾ ਮਿਜ਼ਰੀ ਦੇਣ ਦੀ ਜ਼ਰੂਰਤ ਨਹੀਂ ਹੈਗੀ ਹੈ। ਹੈਲਪ ਇਜ਼ ਅਵੇਲੇਬਲ ਐਂਡ ਯੂ ਸ਼ੁਡ ਗੋ ਐਂਡ ਗੈਟ ਦ ਹੈਲਪ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਬਾਬਰਾ ਰਾਣਾ। ਓਕੇ ਜੀ, ਥੈਂਕ ਯੂ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca. Red FM.